ਸਤਨਾਮ ਵਾਹਿਗੁਰੂ ਸਾਹਿਬ ਜੀ। ਤਉ ਮੈਂ ਆਇਆ ਸਰਨੀ ਆਇਆ, ਭਰੋਸੈ ਆਇਆ ਕਿਰਪਾ ਆਇਆ। ਜੋ ਪਾਵੈ ਤਿਉ ਰਾਖੋ ਸੁਆਮੀ, ਮਾਰਗ ਗੁਰਹੇ ਪਠਾਇਆ। ਦਿਨ ਰਾਤੀ ਆਰਾਧੋ ਪਿਆਰੇ, ਨਿਮਖ ਨਾ ਕੀਜੈ ਢੀਲਾ। ਸੰਤ ਸੇਵਾ ਕਰ ਪਾਵਨੀ ਲਾਈਐ, ਤਿਆਗ ਮਾਨ ਹਾਠੀਲਾ। ਮੋਹਨ ਪ੍ਰਾਨ ਮਾਨ ਰਾਗੀਲਾ, ਬਾਸ ਰਹਿਓ ਹੀਅਰੈ ਕੈ ਸੰਗੇ। ਭੇਖ ਮੋਹਿਓ ਮਨ ਲੀਲਾ, ਜਿਸ ਸਿਮਰਤ ਮਨ ਹੋਤ ਆਨੰਦਾ। ਉਤਰੈ ਮਨਹੁ ਜੰਗੀਲਾ, ਮਿਲਬੇ ਕੀ ਮਹਿਮਾ ਬਰਨ ਨ ਸਕੋ। ਨਾਨਕ ਪਰੈ ਭਰੀਲਾ, ਜੇਤਾ ਜੀਓ ਪਿੰਡ ਸਭ ਤੇਰਾ। ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੈ ਜਨ ਨਾਨਕ। ਜੇਹਾ ਤੂੰ ਕਰਾਏ ਤੇਹਾ ਹੋ ਕਰੀ ਵਖਿਆਨ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਿਰਤ ਮੋਹੰ ਅਲਪ ਬੁੱਧਿਅੰ, ਰਚੰਤ ਬਨਿਤਾ ਬਿਨੋਦ ਸਾਹੰ। ਯੌਬਨ ਬਹਿਕ੍ਰਮ ਕਨਿਕ ਕੁੰਡਲਹ, ਬਚਿੱਤਰ ਮੰਦਿਰ ਸੋਭੰਤ ਬਸਤਰਾ। ਇਤਿਅੰਤ ਮਾਇਆ ਵਿਆਪਿਤੰ, ਹੇ ਅਚੁੱਤ ਸਰਣ ਸੰਤ ਨਾਨਕ। ਭੋ ਭਗਵਾਨ ਏ ਨਮః, ਹੇ ਅਚੁੱਤ ਸਰਣ ਸੰਤ ਨਾਨਕ। ਭੋ ਭਗਵਾਨ ਏ ਨਮః। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਕਿਰਪਾ ਨਿਧ ਦਇਆ ਨਿਧ ਗੁਣ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਮਿਹਰਾਮਤ ਹੈ, ਦਇਆ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਨਵਾਜਿਸ਼ ਕਰਕੇ ਸਾਨੂੰ ਸਭ ਨੂੰ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠ ਕੇ ਸ਼ਬਦ ਦੀ ਸਾਧਨਾ ਕਰਨ ਦਾ ਸੁਭਾਗ ਅਵਸਰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ, ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਪੰਚ ਦੋਖ ਅਰ ਅਹੰ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਭਾਵ ਕਿ ਜੋ ਗੁਰਸਿੱਖ ਗੁਰੂ ਸ਼ਰਨ ਆ ਕੇ ਆਪਣੀ ਭਾਵਨਾ
ਆਪਣਾ ਸਮਰਪਣ, ਆਪਣੀ ਅਕੀਦਤ ਸਭ ਕੁਝ ਗੁਰੂ ਚਰਨਾਂ ਵਿੱਚ ਅਰਪਣ ਕਰਦਾ ਹੈ ਅਤੇ ਉਸ ਦੇ ਬਦਲੇ ਉਹਦੀ ਅਰਦਾਸ ਕੋਈ ਸੰਸਾਰਕ ਪਦਾਰਥਕ ਪ੍ਰਾਪਤੀ ਵਾਲੀ ਨਹੀਂ, ਕੋਈ ਕਿਸੇ ਹੋਰ ਤਰ੍ਹਾਂ ਦੀ ਕਾਮਨਾ ਵਾਲੀ ਨਹੀਂ, ਸਗੋਂ ਆਪਣੇ ਦੁਰਲੱਭ ਮਨੁੱਖਾ ਜਨਮ ਨੂੰ ਸਵਾਰਨ ਵਾਲੀ ਹੋਣੀ ਚਾਹੀਦੀ। ਤਾਂ ਤੇ ਕਰਕੇ ਸਤਿਗੁਰੂ ਸਾਹਿਬ ਜੀ ਨੇ ਕਿਹਾ, ਪੰਚ ਦੋਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ, ਕਿ ਹੇ ਸਤਿਗੁਰੂ, ਜਿਸ ਹਉਮੈ ਦੇ ਰੋਗ ਵਿੱਚ ਸਾਰਾ ਜਗਤ ਗ੍ਰਸਿਆ ਹੈ, ਜਿਸ ਮਾਇਆ ਦੇ ਪ੍ਰਭਾਵ ਨੂੰ, ਸੰਸਾਰ ਦੇ ਪ੍ਰਭਾਵ ਨੇ ਸੰਸਾਰ ਦੀ ਹਰੇਕ ਰਚਨਾ ਨੂੰ ਆਪਣੀ ਗ੍ਰਿਫਤ ਵਿੱਚ ਲਿਆ ਹੈ, ਅਤੇ ਜਿਸ ਇਹਨਾਂ ਭਿਆਨਕ ਰੋਗਾਂ ਕਰਕੇ ਸਾਰਾ ਸੰਸਾਰ ਕਿਸ ਤੋਂ ਗ੍ਰਸਤ ਹੈ, ਮੈਂ ਤੁਹਾਡੀ ਸ਼ਰਨ ਇਸ ਕਰਕੇ ਹਾਂ ਕਿ ਕਿਰਪਾ ਕਰਕੇ ਇਸ ਤਰ੍ਹਾਂ ਦਾ ਉਪਕਾਰ, ਇਸ ਤਰ੍ਹਾਂ ਦੀ ਨਿਵਾਜਿਸ਼ ਸਾਡੇ ਜੀਵਨ ਉੱਪਰ ਕਰੋ, ਤਾਂ ਜੋ ਅਸੀਂ ਇਹਨਾਂ ਹਉਮੈ ਦੇ ਰੋਗ ਤੋਂ, ਵਿਕਾਰਾਂ ਦੀ ਮਲੀਨਤਾ ਤੋਂ ਮੁਕਤ ਹੋ ਕੇ ਆਪ ਦੀ ਕਿਰਪਾ ਨਾਲ ਸ਼ੁੱਧ ਸਰੂਪ ਵਾਲਾ ਜੀਵਨ ਜਿਉਂ ਕਿ ਆਪ ਦੀ ਮਿਹਰਮਤ ਦੇ ਪਾਤਰ ਬਣ ਸਕੀਏ। ਸੋ ਆਪ ਜੀ ਬੜੇ ਭਾਗਸ਼ਾਲੀ ਹੋ ਜੋ ਐਸਾ ਨਿਰਮਲ ਯਤਨ ਗੁਰੂ ਚਰਨਾਂ ਵਿੱਚ ਰੋਜ਼ਾਨਾ ਜੁੜ ਕੇ ਕਰਦੇ ਹੋ। ਪਾਵਨ ਲੜੀਵਾਰ ਬਾਣੀ ਦੀ ਆਪ ਜੀ ਵਿਆਖਿਆ ਸ਼ਰਵਣ ਕਰ ਰਹੇ ਹੋ। ਪਾਵਨ ਲੜੀਵਾਰ ਵਿਆਖਿਆ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਿਰਤ ਮੋਹੰ ਅਲਪ ਬੁੱਧਿਅੰ ਰਚੰਤ ਬਨਿਤਾ ਬਿਨੋਦ ਸਾਹੰ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਉਚਾਰਨ ਬਾਣੀ ਸੋਕ ਸਹਿਸਕ੍ਰਿਤੀ ਦੇ ਲੜੀਵਾਰ ਸਲੋਕਾਂ ਦੀ ਆਪ ਦੀ ਵਿਆਖਿਆ ਸ਼ਰਵਣ ਕਰ ਰਹੇ ਹੋ। ਸਤਿਗੁਰੂ ਸਾਹਿਬ ਜੀ ਨੇ ਕੱਲ੍ਹ ਦੇ ਪਾਵਨ ਸਲੋਕ ਦੇ ਵਿੱਚ ਸਾਨੂੰ ਇਹ ਨੁਕਤਾ ਦ੍ਰਿੜ ਕਰਵਾਇਆ ਸੀ ਕਿ ਹਰ ਚੀਜ਼ ਘਟਨਸ਼ੀਲ ਹੈ, ਪਰਿਵਰਤਨਸ਼ੀਲ ਹੈ, ਚਲਾਏਮਾਨ ਹੈ, ਅਸਥਿਰ ਹੈ, ਛਿਣ ਭੰਗਰ ਹੈ, ਨਾਸ਼ਵਾਨ ਹੈ। ਪਰ ਇਸ ਦੀ ਤੁਲਨਾ ਦੇ ਵਿੱਚ ਜੋ ਮਨੁੱਖ ਸਤਸੰਗੀ ਕਰਮ ਕਰਦਾ ਹੈ, ਆਪਣੇ ਸੱਤ ਤੱਤ ਨੂੰ ਚੀਨਣ ਦੇ ਲਈ ਸਾਧ ਸੰਗਤ ਦੇ ਰੂਪ ਵਿੱਚ ਜੁੜ ਕੇ ਅਭਿਆਸ ਕਰਦਾ ਹੈ, ਉਹਦਾ ਸੰਚਿਆ ਹੋਇਆ ਨਾਮ ਧਨ ਦੇਹ ਦੇ ਬਿਨਸਣ ਤੋਂ ਬਾਅਦ ਵੀ ਉਸ ਦਾ ਸਹਾਇਕ ਰਹਿੰਦਾ ਹੈ। ਇਸ ਕਰਕੇ ਕੱਲ੍ਹ ਦੇ ਪਾਵਨ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਕਿ ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਕਿ ਧਰਮਾਰਥ ਕੰਮ ਕਰਨਾ ਹੋਵੇ ਜਰਾ ਜਿੰਨੀ ਦੇਰ ਨਾ ਕਰੋ, ਜਦੋਂ ਸੰਕਲਪ ਬਣਿਆ ਉਸੇ ਵਕਤ ਹੀ ਆਰੰਭ ਕਰ ਦਿਓ, ਤਾਂ ਕਿ ਧਰਮ ਨੂੰ, ਧਰਮ ਦੀ ਸਾਧਨਾ ਨੂੰ ਜਿਤਨੇ ਚਾਅ ਦੇ ਨਾਲ, ਜਿਤਨੇ ਉਮਾਹ ਅਤੇ ਪ੍ਰੀਤ ਭਾਵਨਾ ਦੇ ਨਾਲ ਕੀਤਾ ਜਾਵੇਗਾ, ਉਤਨਾ ਹੀ ਸਾਡੇ ਜੀਵਨ 'ਚ ਇਹਦੇ ਅਰਥ ਭਰਪੂਰ ਹੋਣਗੇ। ਸੋ ਇਸ ਉਪਦੇਸ਼ ਦੁਆਰਾ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਨਿਵਾਜਿਸ਼ ਕੀਤੀ ਸੀ। ਅੱਜ ਦੇ ਪਾਵਨ ਸ਼ਬਦ ਸਲੋਕ ਦੁਆਰਾ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਮਿਰਤ ਮੋਹੰ ਅਲਪ ਬੁੱਧਿਅੰ ਰਚੰਤ ਬਨਿਤਾ ਬਿਨੋਦ ਸਾਹੰ। ਤਾਂ ਸਤਿਗੁਰੂ ਸਾਹਿਬ ਜੀ ਅੱਜ ਦੇ ਪਾਵਨ ਸਲੋਕ ਵਿੱਚ ਬਖਸ਼ਿਸ਼ ਕਰ ਰਹੇ ਹਨ। ਮਿਰਤ ਸਾਨੂੰ ਗੁਰੂ ਸਾਹਿਬ ਜੀ ਉਹ ਨੁਕਤਾ ਦ੍ਰਿੜ ਕਰਵਾ ਰਹੇ ਹਨ ਜਿੱਥੇ ਅਸੀਂ ਅਗਿਆਨਤਾ ਭਰਿਆ ਜੀਵਨ ਜਿਉਂਦੇ ਹਾਂ। ਜਦੋਂ ਮਨੁੱਖ ਦੇ ਮਨ ਮਸਤਕ ਉੱਪਰ, ਬੁੱਧੀ ਉੱਪਰ ਅਗਿਆਨਤਾ ਦਾ ਪਰਦਾ ਪੈ ਜਾਂਦਾ ਹੈ ਤਾਂ ਮਨੁੱਖ ਰੱਬੀ ਜੋਤ ਦੀ ਪਰਮ ਅੰਸ਼ ਦਾ ਰੂਪ ਹੁੰਦਿਆਂ ਹੋਇਆਂ ਵੀ ਬੜੇ ਛੋਟਾ ਜਿਹਾ ਜੀਵਨ ਜਿਉਂਦਾ ਹੈ ਔਰ ਬੜਾ ਹਲਕੇ ਅਰਥਾਂ ਵਾਲਾ ਜੀਵਨ ਜਿਉਂਦਾ ਹੈ। ਇਸ ਕਰਕੇ ਸਾਨੂੰ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਮਿਰਤ ਮੋਹੰ ਅਲਪ ਬੁੱਧਿੰ, ਅਲਪ ਬੁੱਧੀ ਵਾਲਾ ਜੀਵ। ਮਿਰਤ ਮੋਹੰ ਸਦਾ ਹੀ ਪਦਾਰਥਾਂ ਦੇ, ਪਰਿਵਾਰ ਦੇ, ਆਪਣੇ ਸੰਚੇ ਹੋਏ ਪਦਾਰਥਾਂ ਦੇ ਮੋਹ ਦੇ ਵਿੱਚ, ਆਕਰਸ਼ਣ ਦੇ ਵਿੱਚ ਹੀ ਪਿਆ ਰਹਿੰਦਾ ਹੈ। ਜਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਅਲਪ ਬੁੱਧਿੰ ਮਿਰਤ ਮੋਹੰ, ਭਾਵ ਕਿ ਜਦੋਂ ਮਨੁੱਖ ਦੀ ਬੁੱਧੀ ਅਲਪ ਹੋ ਜਾਂਦੀ ਹੈ, ਸੀਮਤ ਬੁੱਧੀ ਜਿਹੜੀ ਹੈ ਉਹ ਮੋਹ ਤੋਂ ਉੱਪਰ ਉੱਠਣ ਦੀ ਬਜਾਏ, ਜਾਂ ਮੋਹ ਦਾ ਜਿਹੜਾ ਸਾਧਿਆ ਹੋਇਆ ਰੂਪ ਹੈ ਉਸ ਨੂੰ ਵਿਸ਼ਾਲ ਕਰਨ ਦੀ ਬਜਾਏ ਸੀਮਤ ਅਰਥਾਂ ਦੇ ਵਿੱਚ ਜਿਉਂਦੀ ਹੈ। ਅਤੇ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮਿਰਤ ਮੋਹੰ ਅਲਪ ਬੁੱਧਿੰ, ਅਲਪ ਬੁੱਧੀ ਵਾਲੇ ਜੀਵ ਸਦਾ ਮੋਹ ਦੀ ਹੀ ਵਾਸਨਾ ਦੇ ਵਿੱਚ
ਲੱਗੇ ਰਹਿੰਦੇ ਹਨ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ, ਔਰ ਇੱਕ ਨੁਕਤਾ ਇਸ ਦੇ ਵਿੱਚ ਇਵੇਂ ਹੈ ਕਿ ਮਾਇਆ ਦਾ ਇੱਕ ਪ੍ਰਮੁੱਖ ਗੁਣ ਹੈ, ਇਹ ਆਕਰਸ਼ਣ ਪੈਦਾ ਕਰਦੀ ਹੈ। ਆਕਰਸ਼ਣ ਦਾ ਭਾਵ ਇਹ ਹੈ ਕਿ ਜਿਸ ਚੀਜ਼ ਨੂੰ ਅਸੀਂ ਦੇਖਦੇ ਹਾਂ, ਕਿਸੇ ਨਾ ਕਿਸੇ ਰੂਪ ਕਰਕੇ ਸਾਡਾ ਉਹਦੇ ਪ੍ਰਤੀ ਆਕਰਸ਼ਣ ਪੈਦਾ ਹੁੰਦਾ ਹੈ। ਰੂਪ ਨੂੰ ਦੇਖ ਕੇ ਕਾਮ ਦਾ ਆਕਰਸ਼ਣ ਹੈ, ਪਦਾਰਥ ਨੂੰ ਦੇਖ ਕੇ ਲੋਭ ਦਾ ਆਕਰਸ਼ਣ ਹੈ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਮਿਰਤ ਮੋਹੰ ਅਲਪ ਬੁੱਧਿਅੰ, ਅਲਪ ਥੋੜ੍ਹੀ ਬੁੱਧੀ ਵਾਲਾ ਸਦਾ ਹੀ ਮੋਹ ਦੀ ਫਾਸੀ ਦੇ ਵਿੱਚ ਲੱਗਾ ਰਹਿੰਦਾ ਹੈ। ਹੁਣ ਸਤਿਗੁਰੂ ਸਾਹਿਬ ਜੀ ਦੀ ਬਾਣੀ ਪੜ੍ਹੀਏ ਤਾਂ ਆਕਰਸ਼ਣ ਕਿੱਡੀ ਭਿਆਨਕ ਚੀਜ਼ ਹੈ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਹੁਣ ਗੁਰੂ ਸਾਹਿਬ ਇਸ ਤਰ੍ਹਾਂ ਹੀ ਸ਼ਬਦ ਦੇ ਵਿੱਚ ਅੱਗੇ ਜਾ ਕੇ ਇਸ ਤਰ੍ਹਾਂ ਦੇ ਸ਼ਬਦ ਵਿੱਚ ਪ੍ਰਮਾਣ ਹਨ ਕਿ ਇੱਕ ਥੋੜ੍ਹੇ ਜਿਹੇ ਫੁੱਲੀਆਂ ਆਦਿਕ ਪਦਾਰਥਾਂ ਦਾ ਲੋਭ ਜਾਂ ਉਹਦਾ ਆਕਰਸ਼ਣ ਜਾਗਿਆ ਬਾਂਦਰ ਦੇ ਮਨ ਅੰਦਰ, ਤਾਂ ਸ਼ਿਕਾਰੀ ਨੇ ਇੱਕ ਕੁੱਜੇ ਦੇ ਵਿੱਚ ਉਹ ਭਰ ਕੇ ਰੱਖ ਦਿੱਤੀਆਂ। ਹੁਣ ਆਕਰਸ਼ਣ ਲੋਭ ਜਾਗਿਆ, ਲੋਭ ਰੂਪ ਆਕਰਸ਼ਣ ਜਾਗਿਆ, ਅਤੇ ਉਸ ਫੁੱਲੀਆਂ ਨੂੰ ਬਾਂਦਰ ਜਿਹੜਾ ਜੀਵ ਹੈ ਉਹ ਪਕੜਨਾ ਚਾਹੁੰਦਾ। ਜਦੋਂ ਮੁੱਠ ਭਰ ਲੈਂਦਾ ਹੈ, ਉਸ ਕੁੱਜੇ ਆਦਿਕ ਦਾ ਜਿਹੜਾ ਮੁੱਖ ਹੈ, ਉੱਪਰਲਾ ਹਿੱਸਾ ਹੈ, ਉਹ ਥੋੜ੍ਹਾ ਸੀਮਾਗਤ ਹੁੰਦਾ, ਥੋੜ੍ਹਾ ਛੋਟਾ ਹੁੰਦਾ ਹੈ। ਹੁਣ ਹੱਥ ਦੇ ਵਿੱਚ ਉਸਨੇ ਪਦਾਰਥ ਭਰਿਆ ਹੁੰਦਾ, ਭਰੇ ਹੋਏ ਪਦਾਰਥ ਦੇ ਨਾਲ ਹੀ ਹੱਥ ਬਾਹਰ ਕੱਢਣਾ ਚਾਹੁੰਦਾ ਹੈ, ਕੱਢ ਸਕਦਾ ਨਹੀਂ ਹੈ। ਅਤੇ ਆਖਰ ਇਤਨੇ ਸਮੇਂ ਦੇ ਵਿੱਚ ਜਦੋਂ ਉਹ ਦੁਬਿਧਾ ਜੀ ਦੇ ਵਿੱਚ ਫਸਿਆ ਰਹਿੰਦਾ ਹੈ, ਉਤਨੇ ਸਮੇਂ ਦੇ ਵਿੱਚ ਸ਼ਿਕਾਰੀ ਆਉਂਦਾ ਹੈ ਅਤੇ ਆ ਕੇ ਪਕੜ ਲੈਂਦਾ। ਇਸੇ ਕਰਕੇ ਗੁਰਬਾਣੀ 'ਚ ਸਤਿਗੁਰੂ ਸਾਹਿਬ ਜੀ ਦੁਆਰਾ ਬਖਸ਼ਿਸ਼ ਹੈ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ ਛੂਟਨ ਕੋ ਸਹਿਸਾ ਪਰਿਓ ਮਨ ਬੌਰਾ ਰੇ, ਨਾਚਿਓ ਕਰ ਕਰ ਬਾਰ। ਕਿ ਥੋੜ੍ਹੇ ਜਿਹੇ ਪਦਾਰਥ ਦਾ ਲੋਭ ਜਾਗਿਆ, ਹੁਣ ਸਾਰੀ ਜ਼ਿੰਦਗੀ ਸ਼ਿਕਾਰੀ ਦੀ ਫਾਹੀ ਜਿਹੜੀ ਹੈ ਉਹ ਗਲ ਦੇ ਵਿੱਚ ਪੈ ਗਈ ਹੈ ਮਦਾਰੀ ਦੀ, ਅਤੇ ਦੁਆਰ ਦੁਆਰ 'ਤੇ ਜਾ ਕੇ ਉਸ ਨੂੰ ਮਦਾਰੀ ਦਾ ਬੰਦਰ ਬਣ ਕੇ ਨੱਚਣਾ ਪੈ ਰਿਹਾ। ਇਸੇ ਪ੍ਰਕਾਰ ਗੁਰੂ ਸਾਹਿਬ ਬਾਵਨ ਬਾਣੀ 'ਚ ਫਰਮਾਨ ਹੈ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸੁਆਏ ਗਜ ਬਸ ਪਰੇ ਮਨ ਬੌਰਾ ਰੇ, ਅੰਕਸ ਸਹਿਓ ਸੀਸ। ਹਾਥੀ ਦੇ ਅੰਦਰ ਕਾਮ ਦਾ ਆਕਰਸ਼ਣ ਜਾਗਿਆ, ਕਾਗਜ਼ ਦੀ ਹੱਥਣੀ ਦੇਖ ਕੇ ਸਭ ਕੁਝ ਭੁੱਲ ਭੁਲਾ ਕੇ ਭੱਜਿਆ ਗਿਆ। ਜਦ ਦੇਖਿਆ ਤਾਂ ਉਹ ਕੇਵਲ ਕਾਗਜ਼ ਦੀ ਸੀ। ਉਸ ਦੇ ਹੇਠਾਂ ਖੋਦੇ ਹੋਏ ਡੂੰਘੇ ਟੋਏ ਦੇ ਵਿੱਚ ਡਿੱਗ ਪੈਂਦਾ ਹੈ, ਅਤੇ ਫਿਰ ਮੁਹਾਵਤ ਲੋਕ ਜੰਜੀਰਾਂ ਜਕੜ ਕੇ ਸਿਰ ਦੇ ਵਿੱਚ ਕਿੱਲਾ ਠੋਕ, ਅੰਕੁਸ਼ ਠੋਕ ਕੇ, ਕੁੰਡਾ ਠੋਕ ਕੇ, ਤਾਂ ਫਿਰ ਉਸ ਨੂੰ ਆਪਣੇ ਵੱਸ ਕਰ ਲੈਂਦੇ ਨੇ। ਫਿਰ ਸਾਰੀ ਜ਼ਿੰਦਗੀ ਉਹਨਾਂ ਦੇ ਅਧੀਨ ਰਹਿੰਦਾ ਹੈ। ਇਸੇ ਪ੍ਰਕਾਰ ਮਤਲਬ ਅਨੇਕਾਂ ਪ੍ਰਮਾਣ ਸਾਨੂੰ ਗੁਰਬਾਣੀ ਸਤਿਗੁਰੂ ਸਾਹਿਬ ਜੀ ਨੇ ਦਿੱਤੇ ਨੇ ਕਿ ਜਦੋਂ ਮਾਇਆ ਆਕਰਸ਼ਣ ਪੈਦਾ ਕਰਦੀ ਹੈ ਅਤੇ ਇਸ ਦੇ ਆਕਰਸ਼ਣ ਵਿੱਚ ਜਿਹੜਾ ਜੀਵ ਫਸ ਜਾਂਦਾ ਹੈ, ਫਿਰ ਉਹਦੇ ਸਾਰੇ ਜੀਵਨ ਦੀ ਦੁਰਗਤੀ ਹੁੰਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਲਪ ਬੁੱਧਿਅੰ, ਥੋੜ੍ਹੀ ਬੁੱਧ ਵਾਲਾ ਜਿਹੜਾ ਜੀਵ ਮਨੁੱਖ ਹੈ, ਤੁਛ ਬੁੱਧੀ ਵਾਲਾ, ਸਦਾ ਹੀ ਮੋਹ ਦੀਆਂ ਫਾਹੀਆਂ ਦੇ ਵਿੱਚ ਬੈਠਾ ਰਹਿੰਦਾ ਹੈ, ਮੋਹ ਦੀਆਂ ਜੰਜੀਰਾਂ ਦੇ ਵਿੱਚ ਜਕੜਿਆ ਰਹਿੰਦਾ ਹੈ। ਹੁਣ ਇਸੇ ਪ੍ਰਕਾਰ ਇਹ ਅਸੀਂ ਜਦੋਂ ਪੰਜ ਵਿਕਾਰਾਂ ਨੂੰ ਗੱਲ ਕਰਦੇ ਹਾਂ ਤਾਂ ਅਸੀਂ ਬਹੁਤੀ ਵਾਰੀ ਇਉਂ ਸਮਝਦੇ ਹਾਂ ਕਿ ਇਹ ਸ਼ਾਇਦ ਵੱਖ-ਵੱਖ ਨੇ, ਕਿ ਸ਼ਾਇਦ ਮੋਹ ਹੋਰ ਚੀਜ਼ ਹੈ, ਕ੍ਰੋਧ ਹੋਰ ਚੀਜ਼ ਹੈ, ਅਹੰਕਾਰ ਹੋਰ ਚੀਜ਼ ਹੈ। ਦਰਅਸਲ ਇਹਨਾਂ ਦਾ ਆਪਸ ਦੇ ਵਿੱਚ ਇੱਕ ਸੰਬੰਧ ਹੈ। ਉਦਾਹਰਨ ਦੇ ਤੌਰ 'ਤੇ ਕਾਮ ਦੀ ਪ੍ਰਵਿਰਤੀ ਮਨੁੱਖ ਅੰਦਰ ਜਾਗੇ, ਕਾਮ ਵਾਸਨਾ ਦਾ ਖਿਆਲ ਜਾਗੇ, ਅਤੇ ਜਿਸ ਨੇ ਕਾਮ ਵਾਸਨਾ ਦੇ ਖਿਆਲ ਵਿੱਚ ਅੜਚਨ ਪੈਦਾ ਕਰ ਦਿੱਤੀ, ਉਹਦੇ 'ਤੇ ਕ੍ਰੋਧ ਆ ਜਾਏਗਾ। ਜਿਹਨੇ ਉਹਦੇ ਵਿੱਚ ਸਹਾਇਤਾ ਕਰ ਦਿੱਤੀ, ਉਹ ਮੋਹ ਆ ਜਾਏਗਾ। ਅਤੇ ਇਸੇ ਪ੍ਰਕਾਰ ਜੇ ਕਾਮ ਦੀ ਪ੍ਰਵਿਰਤੀ ਦਾ ਖਿਆਲ ਕਿਤੇ ਆਪਣੇ ਆਪ ਹੀ ਸਿਰੇ ਚੜ੍ਹ ਗਿਆ, ਤਾਂ ਉਸ ਦਾ ਕਿਤੇ ਕੋਈ ਪਤਾ ਨਾ ਲੱਗਿਆ, ਤਾਂ ਉਸ ਦਾ ਅਗਲਾ ਕਰਮ ਦੇ ਰੂਪ ਵਿੱਚ ਦੂਜੀ ਵਾਰੀ ਕਰਨ ਦੇ ਲਈ ਅਹੰਕਾਰ ਬਣ ਜਾਏਗਾ। ਅਤੇ ਅੱਗੇ ਲੋਭ ਰੂਪ ਦੇ ਵਿੱਚ ਫਿਰ ਉੱਥੇ ਸ਼ਾਂਤ ਨਹੀਂ ਰਹੇਗਾ, ਅੱਗੇ ਵੀ ਉਹ ਅਨੈਤਿਕ ਕਰਮ ਕਰਨ ਦਾ ਜਿਹੜਾ ਖਿਆਲ ਹੈ, ਬਲ ਹੈ, ਬਣਿਆ ਰਹੇਗਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਮਿਰਤ ਮੋਹੰ ਅਲਪ ਬੁੱਧਿਅੰ, ਛੋਟੀ ਬੁੱਧੀ ਵਾਲਾ ਜੀਵ ਸਗਲ ਕਦੀ ਪਦਾਰਥਾਂ ਦੇ ਮੋਹ ਵਿੱਚ, ਕਦੀ ਇਸਤਰੀ ਦੇ ਮੋਹ ਵਿੱਚ, ਕਦੀ ਕਿਸੇ ਪ੍ਰਕਾਰ ਦੇ ਆਕਰਸ਼ਣ ਦੇ ਵਿੱਚ ਪਿਆ ਰਹਿੰਦਾ ਹੈ। ਰਚੰਤ ਬਨਿਤਾ ਵਿਨੋਦ ਸਾਹੰ। ਤਾਂ ਕਈ ਗੁਰੂ ਸਾਹਿਬ ਜੀ ਕਹਿੰਦੇ ਕਈ ਇਸ ਪ੍ਰਕਾਰ ਤੁਛ ਬੁੱਧੀ ਵਾਲਾ ਜੀਵ ਹੈ
कि वो इस्त्री के कौतुकां दे विच ही सारा दिन खचित रहिंदा है। अपनी इस्त्री दे निकट रहना, उसके हाव भावां नूं ही माणदे रहना, उसे ही मोह दी वाही दे विच गलतान रहना। तो इसे प्रकार गुरु साहब जी कहते तुछ बुद्धि है। हुण इस नूं गुरु साहब जी ने तुछ क्यों कहा? देखो, असी एक गल आखदे हां कि असी सारे उस परमेश्वर तो उपजे हाँ। जदों असी परमेश्वर तो उपजे हाँ, फिर साडे जीवन जिउण दे जिहड़े पैमाने हन वो छोटे नहीं होने चाहिए। हुण मोह की जिहड़ी आकर्षण है, इहदा गंभीर नुक्स की है? ये सानू सीमागत करती है, सीमागत करती है और निज प्रस्त करती है। कि हुण सानू गुरु साहब जी ने जीवन की जुगत किहड़ी दसी है? ना को बैरी नहीं बेगाना सगल संग हम कहो बन आई। कि परिवारगत, समाजगत या पदार्थगत की सीमा वाला जीवन नहीं जिउणा, इस तो उचेरा जीवन जिउणा है। इस प्रकार जदों गुरु साहब जी ने सिख सूरबीर की साजना की है, उंज हुण इहदा ते आम संसारी का की फर्क है? आम संसारी परिवार लई, खानदान लई कुर्बान हो सकता है, पर गुरु की सिੱਖੀ ਦੇ परनाए हुए आदर्श ਨੂੰ ਜਿਹੜਾ ਇਨਸਾਨ है वो मानवता ਲਈ मरदा है, मानवता ਦੇ ਲਈ ਜਿਉਂਦਾ है। ਉਹਦਾ अपना निज ਦਾ कोई जीवन नहीं कि ਉਹਨੇ ਆਪਣੇ ਨਿਜ ਦੇ ਜੀਵਨ ਨੂੰ ਉਚੇਰਾ ਚੁੱਕ ਕੇ ਖਲਕਤ ਨੂੰ भेंट कर दिता है, मालक खालक की खलकत ਨੂੰ वो जीवन भेंट कर दिता है। तो गुरु साहब जी कहते मिरत मोहं अल्प बुद्धिं रचंत बनिता विनोद साहं। इस प्रकार कदी पदार्थां दे मोह विच, कदी परिवारक संबंधां दे मोह विच, ते कदी इस्त्री आदਿਕ दे कौतुकां दे विच जिहड़ा मनुख है वो रुचित रहिंदा है, आकर्षण पड़ा अपना सुभाव बनाया रहिंदा है। कहंदे किसी फकीर दा कोई नौजवान बेटा गुजर गया, तो जदों उसका नौजवान बेटा गुजर गया तो उस दे गुजरन तो बाद ਉਹਦੇ नेत्र जरा जिन्ने भी सेजल ना होए, उस तरह आराम भाव दे विच बैठा रहा, ना कोई रोण आदਿਕ व्यक्त किया, ना उदासी व्यक्त की, शांत सुभाव दे विच बैठा रहा। उसका शमशान घाट दे विच अंतिम क्रियावां भी कर आए। जदों घर आके बैठे, कुछ समा बैठिया नूं होया तो उच्ची उच्ची हੱਸਣ लग पिया। उसकी पत्नी ने जानिया कि शायद हुण इसदे दिमाग दे आखिरी हिस्से दे विच इस गहरे सदमे ने चोट की है तो अपना दिमागी तवाजन गवा बैठा है। इस करके वो होर निराशा दे विच चले गए रिश्तेदार संबंधी आदਿਕ कि इसनूं लगदा बहुत गहरा सदमा पुज गया, क्योंकि पागलपन की स्थिति चला गया है, नहीं तो मौत वर्गी घटना ते कौन हੱਸਦਾ है। फिर वो एक दो ने हौसला करके पूछा कि तरवास धरो, कोई गल नहीं, हौली हौली इस सदमे का दुख जाता रहेगा, तो तुसी बहुता दुख ना मनाओ। इस तरह संबंधी कहन लगे। तो वह कहन लगा मैं दरअसल ना मौत ते हੱਸ रहा, किसे ते नहीं हੱਸ रहा, मैं अपने आप ते हੱਸ रहा। कहन लगे ये किवें हो सकता है, तुहाडे फिर हੱਸਣ का कारण की है? कहंदा जदों मेरे दिमाग 'च पहला ख्याल आया, पहला ख्याल ये आया कि जदों मेरा जीवन का आरंभ होया उदों मैनूं माता पिता मिले सन, तो इस प्रकार माता पिता मिले सन तो वो जीवन चलता रहे। एक समा मैनूं लगदा सी कि माता पिता बिना जीवन नहीं चलेगा। कहंदा जीवन का अद्धा हिस्सा भोग्या, वो विछड़ गए। फिर मैनूं एक समय ते लगदा रहा कि फिर और मेरे जीवन दे विच कहंदा पत्नी दा पुत्र दा प्रवेश होया। मैनूं लगदा कि हुण इन्हां तो बिना जीवन कंप्लीट नहीं है। तो कहंदा इस प्रकार हुण ये भी चला गया। तो मैं कहंदा इस गल नूं सारे नूं अपने अंतर मन के चिंतन विच वाचिया कि है तो मैं शुरुआत विच अकल्ला सी, ये हुक्म रूप दे विच संजोगी बन के मेरे नाल जुड़ते गए, तो हुण जे विछड़ गए हन तो ये इन्हां दा अपना एक मंजिल है, इन्हां दे जीवन का एक अपना सफ़र है, मेरा एक अपना सफ़र है। तो इस करके रस्ते दे विच मिलण वाला मुसाफिर जे अपने रस्ते ते अपनी मंजिल ते उतर जावे तो उहदे विछड़न का दुख नहीं मनाईदा, सगों शुकराना करीदा है कि इतना समा इसका सफ़र सानू साथ मिलिया रहा तो साडे जीवन का सफ़र सुहावना। इस करके ना मैं अपनी अज्ञानता ते हੱਸਿਆ कि मैं समझदा रहा कि ये मेरा है। इस प्रकार हुण रोज़ाना सतसंगत की करती है? रोज़ाना की सतसंगत ना की है, मनुख दे हित उचेरे हुंदे ने।
ਉਹਦੇ ਦ੍ਰਿਸ਼ਟੀਕੋਣ ਵਿਸ਼ਾਲ ਹੁੰਦੇ ਨੇ। ਉਸ ਨੂੰ ਸਮਝ ਆਉਣ ਲੱਗ ਪੈਂਦੀ ਹੈ ਕਿ ਜੀਵਨ ਇੰਨਾ ਕਿ ਨਹੀਂ ਜਿਹੜਾ ਮੈਂ 5-7 ਮੈਂਬਰਾਂ ਦੇ ਦਾਇਰੇ ਵਿੱਚ ਗੁਜ਼ਾਰ ਲੈਣਾ ਹੈ। ਹੁਣ ਇਸੇ ਕਰਕੇ ਭਗਤਾ ਕੀ ਚਾਲ ਨਿਰਾਲੀ ਕਿਉਂ ਕਿਹਾ ਜਾਂਦਾ ਹੈ ਕਿ ਉਹ ਇੱਕ ਨੁਕਤੇ ਤੋਂ ਦੇਖੋ ਤਾਂ ਆਪਣੇ 5-7 ਦੇ ਮੈਂਬਰਾਂ ਦੇ ਪਰਿਵਾਰ ਦਾ ਤਿਆਗ ਕਰ ਚੁੱਕੇ ਹੁੰਦੇ ਨੇ, ਥੋੜ੍ਹੀ ਬਹੁਤੀ ਸੰਪत्ति ਦਾ ਵੀ ਤਿਆਗ ਕਰ ਚੁੱਕੇ ਹੁੰਦੇ ਨੇ, ਪਰ ਉਸ ਦੇ ਬਦਲੇ ਉਹ ਵਡੇਰਾ ਜੀਵਨ ਜਿਉਂਦੇ ਨੇ। ਇੱਥੋਂ ਤੱਕ ਕਈ ਵਾਰੀ ਗ੍ਰਸਤ ਦਾ ਆਸ਼ਰਮ ਨਹੀਂ ਧਾਰਨ ਕਰਦੇ ਤਾਂ ਕਰਕੇ ਕਿ ਕਿਤੇ ਇਹ ਵਾਲਾ ਸੰਬੰਧ ਸਾਡੇ ਜਿਹੜੇ ਪਰਉਪਕਾਰੀ ਸੁਭਾਅ ਵਾਲਾ ਕਰਮ ਹੈ ਉਹਦੇ ਵਿੱਚ ਅੜਚਨ ਨਾ ਬਣ ਜਾਏ। ਤੇ ਪਰ ਗੁਰੂ ਸਾਹਿਬ ਜੀ ਕਹਿੰਦੇ ਹਨ ਮਿਰਤ ਮੋਹੰ ਅਲਪ ਬੁੱਧਿਅੰ, ਥੋੜ੍ਹੀ ਬੁੱਧ ਵਾਲਾ ਜਿਹੜਾ ਜੀਵ ਹੈ ਉਹ ਸਦਾ ਇਸਤਰੀ ਦੇ ਕੌਤਕਾਂ ਵਿੱਚ ਆਦਤ 'ਚ ਲੱਗਾ ਰੱਖ ਕੇ ਆਪਣਾ ਮਾਨਸਿਕ ਜਿਹੜਾ ਜੀਵਨ ਦਾ ਸ਼ੁੱਧਤਾ ਆਨੰਦ ਹੈ ਉਹ ਗਵਾਉਂਦਾ ਰਹਿੰਦਾ ਹੈ। ਜੌਬਨ ਬਹਿਕਰਮ ਕਨਕ ਕੁੰਡਲ ਹੈ, ਤਾਂ ਪਹਿਲੇ ਪੱਧਰ 'ਤੇ ਸਮਾਜਿਕ ਸੰਬੰਧਾਂ ਵਾਲਾ ਜੀਵਨ ਜਿਉਂਦਾ ਹੈ, ਦੂਜੇ ਪੱਧਰ 'ਤੇ ਫਿਰ ਪਦਾਰਥਾਂ ਦਾ ਮੋਹ ਜਾਗ ਪੈਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜੌਬਨ ਬਹਿਕਰਮ, ਜੋਬਨ ਦੀ ਅਵਸਥਾ ਦੇ ਵਿੱਚ ਵਿਕਾਰਾਂ ਦੇ ਵਸ ਹੋਇਆ, ਵਿਕਾਰਾਂ ਦੇ ਖਿਆਲਾਂ ਨੂੰ ਹੀ ਸਦਾ ਪਰਿਪੂਰਨ ਕਰੀ ਜਾਣ ਵਾਲਾ ਮਨੁੱਖ ਕਨਕ ਕੁੰਡਲ ਹੈ। ਕਨਕ ਦਾ ਭਾਵ ਸੋਨੇ ਆਦਿਕ ਦੇ ਕੁੰਡਲ ਪਦਾਰਥਾਂ ਦਾ ਸੰਚਣਾ ਰੱਖਦਾ, ਆਪਣੇ ਸਰੀਰ ਉੱਪਰ ਆਭੂਸ਼ਿਤ ਕਰਦਾ ਰਹਿੰਦਾ ਹੈ। ਬਚਿੱਤਰ ਮੰਦਰ ਸੋਭੰਤ ਬਸਤਰਾ ਇਤਿਅੰਤ ਮਾਇਆ ਵਿਆਪਿਤੰ, ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਬਚਿੱਤਰ ਮੰਦਰ। ਹੁਣ ਇਹ ਦੇਖਣਾ ਪਏਗਾ ਕਿ ਇਸ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਜੀ ਨੇ ਮਾਇਆ ਦੇ ਆਕਰਸ਼ਣ ਦੇ ਕਿੰਨੇ ਨੁਕਤੇ ਦੱਸੇ ਨੇ। ਸਭ ਤੋਂ ਪਹਿਲਾਂ ਦੱਸਿਆ ਕਿ ਗੁਰੂ ਸਾਹਿਬ ਜੀ ਨੇ ਕਿ ਬਨਿਤਾ ਭਾਵ ਇਸਤਰੀ ਪ੍ਰਤੀ ਆਕਰਸ਼ਣ ਰਹਿੰਦਾ ਹੈ। ਫਿਰ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਪਦਾਰਥਾਂ ਪ੍ਰਤੀ ਰਹਿੰਦਾ ਹੈ। ਫਿਰ ਦੱਸਿਆ ਕਿ ਆਪਣੇ ਸਰੀਰ ਪ੍ਰਤੀ ਰਹਿੰਦਾ ਹੈ। ਫਿਰ ਦੱਸਿਆ ਗੁਰੂ ਸਾਹਿਬ ਜੀ ਨੇ ਕਿ ਘਰ ਦੇ ਮੰਦਰ ਆਦਿਕ ਜੋ ਨਿਰਮਾਣ ਕੀਤਾ ਹੈ ਉਹਨਾਂ ਪ੍ਰਤੀ ਦੱਸਿਆ। ਅੱਗੇ ਗੁਰੂ ਸਾਹਿਬ ਜੀ ਕਹਿੰਦੇ ਸੋਭੰਤ ਬਸਤਰਾ, ਇੱਥੋਂ ਤੱਕ ਕਿ ਜਿਹੜੇ ਬਸਤਰ ਧਾਰਨ ਕਰਦਾ ਇਹਨਾਂ ਪ੍ਰਤੀ ਵੀ ਇੱਕ ਆਕਰਸ਼ਣ ਮਨੁੱਖ ਦਾ ਸਦੀਵ ਬਣਿਆ ਰਹਿੰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਚਿੱਤਰ ਮੰਦਰ ਸੋਭੰਤ ਬਸਤਰਾ ਇਤ ਅੰਤ ਮਾਇਆ ਵਿਆਪਿਤੰ, ਮਾਇਆ ਕੇਵਲ ਪਦਾਰਥਾਂ ਕਰਕੇ ਨਹੀਂ, ਇੰਨੇ ਆਕਰਸ਼ਣਾਂ ਕਰਕੇ ਵੀ ਜੀਵ ਨੂੰ ਵਿਆਪਦੀ ਅਤੇ ਅੰਤ ਦਾ ਭਾਵ ਇਸ ਤਰੀਕੇ ਨਾਲ, ਇੰਨੇ ਢੰਗਾਂ ਦੇ ਨਾਲ। ਹੁਣ ਮਨੁੱਖ ਵਿਚਾਰ ਕਰੇ ਕਿ ਜਦੋਂ ਜੀਵਨ ਦਾ ਆਰੰਭ ਹੈ ਉਦੋਂ ਸਾਡੇ ਅੰਤਰ ਮਨ ਦੇ ਵਿੱਚ ਕਿਸ ਚੀਜ਼ ਦਾ ਆਕਰਸ਼ਣ ਹੁੰਦਾ ਹੈ। ਉਸ ਸਮੇਂ ਦਾ ਵਿੱਚ ਕੋਈ ਆਕਰਸ਼ਣ ਨਹੀਂ ਹੁੰਦਾ। ਇੱਥੋਂ ਤੱਕ ਕਿ ਆਪਣੀ ਦੇਹ ਦੀ ਵੀ ਸੁੱਧ ਨਹੀਂ ਹੁੰਦੀ। ਇੱਥੋਂ ਤੱਕ ਕਿ ਪਰਿਵਾਰ ਦੇ ਬੰਧਨ ਦੇ ਵਿੱਚ, ਪਰਿਵਾਰ ਦੇ ਇੱਕ ਸਿਲਸਿਲੇ ਵਿੱਚ, ਦਾਇਰੇ ਵਿੱਚ ਪ੍ਰਵੇਸ਼ ਕੀਤੇ ਹਾਂ, ਇਸ ਦੀ ਵੀ ਸੋਝੀ ਨਹੀਂ ਹੁੰਦੀ। ਕਿਸੇ ਵੀ ਤਰ੍ਹਾਂ ਦੀ ਸੋਝੀ ਉਸ ਅਵਸਥਾ ਦੇ ਵਿੱਚ ਨਹੀਂ ਹੁੰਦੀ। ਤਾਂ ਪਰ ਕੀ ਹੈ ਕਿ ਜਦੋਂ ਤੱਕ ਮਨੁੱਖ ਦਾ ਜੀਵਨ ਸਿਮਟਣ ਲੱਗਦਾ ਹੈ ਤੇ ਇੰਨੇ ਆਕਰਸ਼ਣਾਂ ਦੇ ਨਾਲ ਮਨੁੱਖ ਦਾ ਜੀਵਨ ਭਰ ਜਾਂਦਾ ਹੈ। ਹੁਣ ਇੱਥੇ ਸਮੱਸਿਆ ਖੜੀ ਹੁੰਦੀ ਹੈ ਕਿ ਮੋਹ ਦਾ ਅੰਤਲਾ ਨੁਕਸਾਨ ਕੀ ਹੈ। ਜਿਹੜਾ ਮੋਹ ਰੂਪ ਆਕਰਸ਼ਣ ਹੈ, ਅੰਤਲਾ ਨੁਕਸਾਨ ਕੀ ਹੈ। ਇੱਕ ਸ਼ਬਦ ਦੇ ਪ੍ਰਮਾਣ ਨਾਲ ਜ਼ਿਆਦਾ ਗੱਲ ਸਪਸ਼ਟ ਹੋ ਜਾਏਗੀ। ਭਗਤ ਤਰਲੋਚਨ ਜੀ ਦਾ ਸ਼ਬਦ ਅਸੀਂ ਸਾਰੇ ਪੜ੍ਹਦੇ ਹਾਂ, ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਵੇਸਵਾ ਜੋਨ ਵੱਲ ਵੱਲ ਅਵਤਰੈ। ਠੀਕ ਹੈ, ਗ੍ਰਸਤ ਦੇ ਨੇਮ ਲਈ ਇਸਤਰੀ ਦਾ ਸਾਥ ਸੰਗ ਜ਼ਰੂਰੀ ਸੀ। ਉਸ ਦੇ ਸਾਥ ਦੇ ਨਾਲ ਅੱਗੇ ਪਰਿਵਾਰ ਦਾ ਵਿਕਾਸ ਵੀ ਹੋਇਆ। ਜੀਵਨ ਦੇ ਬੜੇ ਸਾਲ ਉਸ ਦੇ ਸੰਗ ਸਾਥ ਦੇ ਵਿੱਚ ਗੁਜ਼ਾਰ ਕੇ ਜੀਵਨ ਨੂੰ ਰਸਪੂਰ ਬਣਾ ਲਿਆ। ਪਰ ਹੁਣ ਜੀਵਨ ਬਿਨਸਣ ਦੀ ਦਹਲੀਜ਼ 'ਤੇ ਜਾ ਕੇ ਵੀ ਅਜੇ ਮਨ ਮਸਤਕ 'ਤੇ ਜਾਂ ਸਰੀਰ ਦੇ ਭਾਵਾਂ ਦੇ ਵਿੱਚ ਵਾਸਨਾਮਈ ਖਿਆਲ ਜਾਗਰਤ ਹਨ, ਤਾਂ ਉਹਦੀ ਸਿਮਰਤੀ ਬਣੀ ਰਹੇਗੀ। ਤਾਂ ਭਗਤ ਤਰਲੋਚਨ ਜੀ ਆਖਦੇ ਹਨ ਫਿਰ ਇਹੀ ਵਾਸਨਾ ਇਹਦਾ ਅਗਲਾ ਜਨਮ ਕਰਾਏਗੀ। ਅਤੇ ਇਸਤਰੀ ਦੀ ਵਾਸਨਾ ਰਹਿ ਗਈ। ਫਿਰ ਇਹਦੀ ਵਾਸਨਾ ਨੂੰ ਪੂਰਿਆਂ ਕਰਨ ਲਈ ਅਕਾਲ ਪੁਰਖ ਦਾ ਹੁਕਮੀ ਨੇਮ ਇਹਨੂੰ ਵੇਸਵਾ ਵਾਲਾ ਜੀਵਨ ਦੇਗਾ ਕਿ ਹੁਣ ਜਿਸ ਰਸ ਦੀ ਪਹਿਲਾਂ ਪੁਰਖ ਰੂਪ ਵਿੱਚ ਹੋ ਕੇ ਕਾਮਨਾ ਕਰਦਾ ਸਾਂ, ਹੁਣ ਖੁਦ ਇਸਤਰੀ ਰੂਪ ਹੋ ਜਾ ਅਤੇ ਉਸ ਰਸ ਨੂੰ ਚੰਗੀ ਤਰ੍ਹਾਂ ਭੋਗ ਲੈ। ਇਸ ਕਰਕੇ ਜਿਹੜਾ ਮੋਹ ਹੈ, ਇਸ ਕਰਕੇ ਰੋਜ਼ਾਨਾ ਦੀ ਸਤ ਸੰਗਤ ਵੀ ਤਾਂ ਕਰਕੇ ਕਿ ਸਾਡੀ ਸਿਮਰਤੀ ਤਾਜ਼ੀ ਰਹੇ। ਹੁਣ ਕਈ ਬੜੇ ਸਿਆਣੇ ਮਿਲਣਗੇ, ਕਹਿਣਗੇ ਜੀ ਉਹਦੇ ਵਿੱਚ ਜ਼ਿਕਰ ਆਉਂਦਾ ਅੰਤ ਕਾਲ ਨਾਰਾਇਣ ਸਿਮਰੈ। ਤਾਂ ਮੈਂ ਕਿਹਾ ਜੇ ਨਾਰਾਇਣ ਸਾਰੀ ਜ਼ਿੰਦਗੀ ਯਾਦ ਹੀ ਨਹੀਂ ਰੱਖਿਆ ਤਾਂ ਅੰਤ ਸਮੇਂ ਕਿਵੇਂ ਯਾਦ ਆਏਗਾ। ਸਾਰੀ ਜ਼ਿੰਦਗੀ ਤਾਂ ਪਦਾਰਥ ਯਾਦ ਰਿਹਾ, ਸਾਰੀ ਜ਼ਿੰਦਗੀ ਇਸਤਰੀ ਧੀਆਂ ਪੁੱਤਰ ਯਾਦ ਰਹੇ ਨੇ, ਅਤੇ ਜਿੰਨਾ ਉਹਨਾਂ ਦੇ ਸੰਬੰਧ ਵਿੱਚ ਗ੍ਰਸਤ ਰਿਹਾ ਅੰਤ ਸਮੇਂ ਉਹੀ ਯਾਦ ਆਏਗਾ। ਇਸ ਕਰਕੇ ਸਾਨੂੰ ਗੁਰਬਾਣੀ ਨੇ ਇਸ ਨੁਕਤੇ ਤੋਂ ਸੁਚੇਤ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਆਖਦੇ ਨੇ ਜੁਗ ਜੁਗ ਮੇਰ ਸਰੀਰ ਕਾ ਵਾਸਨਾ ਬੱਧਾ ਆਵੈ ਜਾਵੇ। ਹੁਣ ਉਸ ਸ਼ਬਦ ਦੇ ਵਿੱਚ ਕਿੰਨੇ ਨੁਕਤੇ ਨੇ। ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵੱਲ ਵੱਲ
ਅਵਤਰੈ। ਤਾਂ ਗੁਰੂ ਸਾਹਿਬ ਜੀ ਉੱਥੇ ਬੜੇ ਬਾਰੀਕ ਨੁਕਤੇ ਸਾਨੂੰ ਦੱਸ ਰਹੇ ਹਨ ਕਿ ਤੇਰੇ ਜੀਵਨ 'ਚ ਆਰੰਭ 'ਚ ਕੋਈ ਆਕਰਸ਼ਣ ਨਹੀਂ ਸੀ, ਕੋਈ ਮੋਹ ਨਹੀਂ ਸੀ, ਉਹ ਤੂੰ ਆਪ ਸੰਚਿਆ ਹੋਇਆ ਹੈ ਅਤੇ ਹੁਣ ਉਹ ਇੰਨਾ ਗਹਿਰਾ ਉਤਰ ਗਿਆ ਹੈ ਕਿ ਤੈਨੂੰ ਅਗਲੀ ਭਟਕਣਾ ਅਤੇ ਅਗਲੀ ਵਾਰੀ ਆਉਣ 'ਤੇ ਮਜਬੂਰ ਇਸ ਕਰਕੇ ਵਾਸਨਾਮਈ ਜੀਵਨ ਤੋਂ ਛੁਟਕਾਰਾ ਨਹੀਂ ਹੋ ਰਿਹਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਤਿਅੰਤ ਮਾਇਆ ਵਿਆਪਿਤੰ, ਕਿ ਕਿੰਨਿਆਂ ਰੂਪਾਂ ਕਰਕੇ ਵਿਆਪਦੀ ਹੈ। ਹੁਣ ਕਈ ਵਾਰੀ ਆਪਣੇ ਜੀਵਨ ਨੂੰ ਵਿਚਾਰਨਾ ਹੋਵੇ ਤਾਂ ਬੰਦਾ ਦੇਖੇ। ਹੁਣ ਕਈ ਵਾਰੀ ਖੁਦ ਵੀ ਇਸ ਅਨੁਭਵ ਦੇ ਵਿੱਚ ਉਤਰ ਕੇ ਦੇਖੀਦਾ ਹੈ ਕਿ ਮਨ ਦੇ ਅੰਦਰ ਸਰੀਰਕ ਤੌਰ 'ਤੇ ਕਿਸੇ ਚੀਜ਼ ਦੀ ਭੁੱਖ ਨਹੀਂ ਹੈ, ਪਰ ਸਵਾਦ ਕਰਕੇ ਪਦਾਰਥਾਂ ਦੇ ਜਿਹੜੇ ਦ੍ਰਿਸ਼ ਨੇ ਉਹ ਮਨ 'ਚ ਆਕਰਸ਼ਣ ਪੈਦਾ ਕਰ ਰਹੇ ਨੇ। ਜੀਵਨ ਦੇ ਵਿੱਚ ਜਿਤਨਾ ਕੁਝ ਮਿਲ ਗਿਆ ਇਹਦੇ ਨਾਲ ਬੜੀ ਸੰਤੁਸ਼ਟੀ ਭਰਿਆ ਵਿਵਹਾਰ ਕਰ ਸਕਦੇ ਹਾਂ, ਪਰ ਫਿਰ ਵੀ ਅਜੇ ਪ੍ਰਤਿਭਾ ਦੀ ਜਾਂ ਕਈ ਹੋਰ ਗੱਲਾਂ ਦੀ ਕਾਮਨਾ ਜੀਵਨ ਦੇ ਅੰਦਰ ਬਣੀ ਹੋਈ ਹੈ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਨੇ ਬਾਣੀ 'ਚ ਇੱਕ ਜਗ੍ਹਾ ਕਿਹਾ, ਕਹਿਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੋਰੇ, ਕਿ ਦੇਖੇ ਮੇਰੇ ਮਨ ਨੂੰ ਆਕਰਸ਼ਣ ਕਿੰਨੇ ਵਿਆਪਦੇ ਹਨ ਔਰ ਇਹ ਆਕਰਸ਼ਣ ਥੋੜ੍ਹੇ ਸਮੇਂ ਦੇ ਹਨ, ਇਹਨਾਂ ਦੇ ਮਗਰ ਲੱਗ ਤਾਂ ਜਾਵਾਂ, ਇਹ ਜੀਵਨ ਨੂੰ ਉਚੇਰਾ ਨਹੀਂ ਲਿਜਾਣਗੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਤਿਅੰਤ ਮਾਇਆ ਵਿਆਪਿਤੰ, ਇੰਨੇ ਕਾਰਨਾਂ ਕਰਕੇ ਮਨੁੱਖ ਨੂੰ ਮਾਇਆ ਵਿਆਪਦੀ ਹੈ। ਹੇ ਅਚੁੱਤ ਸਰਣ ਸੰਤ ਨਾਨਕ ਪੋ ਭਗਵਾਨ ਏ ਨਮః। ਤਾਂ ਗੁਰੂ ਸਾਹਿਬ ਜੀ ਕਹਿੰਦੇ ਹੇ ਅਚੁੱਤ, ਨਾ ਡਿੱਗਣ ਵਾਲੇ ਸਦਾ ਇੱਕ ਰਸ ਰਹਿਣ ਵਾਲੇ ਪਰਮੇਸ਼ਰ ਸਰੂਪ ਸਰਣ ਸੰਤ ਨਾਨਕ, ਕਿ ਐਸੇ ਅਡਿੱਗ ਸਰੂਪ ਵਾਲੇ, ਇੱਕ ਸਮਾਨ ਦ੍ਰਿਸ਼ਟੀ ਵਾਲੇ, ਸਮਦ੍ਰਿਸ਼ਟਤਾ ਵਾਲੇ ਜਿਹੜੇ ਸੰਤ ਹਨ ਉਹਨਾਂ ਦੀ ਸ਼ਰਨ ਦੇ ਵਿੱਚ ਗੁਰੂ ਸਾਹਿਬ ਜੀ ਜਾ। ਭੋ ਭਗਵਾਨ ਏ ਨਮঃ, ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੀ ਸ਼ਰਨ ਵਿੱਚ ਜਾ ਤਾਂ ਕਿ ਭਗਵਾਨ ਸਰੂਪ ਦੇ ਪ੍ਰਤੀ ਤੈਨੂੰ ਨਮਸਕਾਰ ਕਰਨੀ, ਉਹਦਾ ਅਦਬ ਭਾਵ ਕਰਤਿੱਗਿਆ ਕਰਨਾ ਆ ਜਾਵੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸਰਣ ਸੰਤ ਨਾਨਕ ਪੋ ਭਗਵਾਨ ਏ ਨਮః। ਤਾਂ ਹੁਣ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਭਗਤ ਕਬੀਰ ਸਾਹਿਬ ਜੀ ਸੰਤ ਬਾਰੇ ਫਰਮਾਉਂਦੇ ਹਨ, ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਕਿ ਇੱਕ ਸੰਸਾਰੀ ਵੀ ਉਦਮ ਕਰ ਰਿਹਾ ਹੈ, ਪਰ ਉਹਦਾ ਉਦਮ ਆਪਣੇ ਪਰਿਵਾਰ ਤੱਕ ਜਾਂ ਆਪਣੇ ਆਪ ਤੱਕ ਮਹਦੂਦ ਹੈ। ਇੱਕ ਸੰਤ ਵੀ ਉਦਮ ਹੈ, ਉਸ ਦੇ ਉਦਮ ਦੇ ਨਾਲ ਕੁੱਲ ਮਾਨਵਤਾ ਦੀ ਨਵਾਜ਼ਿਸ਼ ਹੋ ਰਹੀ ਹੈ, ਭਲਾ ਹੋ ਰਿਹਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਕਿ ਉਹਨਾਂ ਸੰਤ ਜਨਾਂ ਦੀ ਸ਼ਰਨ ਜਾਓ ਜਿਨ੍ਹਾਂ ਦੀ ਸ਼ਰਨ ਜਾਣ ਦੇ ਨਾਲ ਪਦਾਰਥਾਂ ਤੋਂ ਮੁਕਤੀ ਦਾ, ਪਦਾਰਥਾਂ ਦੇ ਸੁਭਾਵ ਤੋਂ ਪ੍ਰਵਿਰਤ ਹੋਣ ਦਾ ਖਿਆਲ ਬਣਦਾ ਹੈ। ਇਸ ਕਰਕੇ ਅਧਿਆਤਮਿਕ ਸਾਧਨਾ ਜੀਵਨ ਭਰ ਦੇ ਲਈ ਤਾਂ ਜ਼ਰੂਰੀ ਹੈ, ਕਿਉਂਕਿ ਜਦੋਂ ਤੱਕ ਮਨੁੱਖ ਜਾਗਦਾ ਹੈ ਉਦੋਂ ਤੱਕ ਮਨੁੱਖ ਦੇ ਜੀਵਨ ਵਿਕਾਰਾਂ ਦੀ, ਮੋਹ ਦੀ, ਆਕਰਸ਼ਣ ਦੇ ਨਾਲ ਇੰਨਾ ਜ਼ਿਆਦਾ ਭਰ ਚੁੱਕਾ ਹੁੰਦਾ ਹੈ ਕਿ ਫਿਰ ਉਸ ਨੂੰ ਠੀਕ ਕਰਦਿਆਂ ਲਈ ਮਨੁੱਖ ਨੂੰ ਸਾਲਾਂ ਬੱਧੀ ਸਾਧਨਾ ਚਾਹੀਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਭੋ ਭਗਵਾਨ ਏ ਨਮః। ਇਸ ਕਰਕੇ ਉਸ ਭਗਵਾਨ ਅਕਾਲ ਪੁਰਖ ਦੇ ਚਰਨਾਂ ਵਿੱਚ ਨਮਸਕਾਰ ਕਰ ਤਾਂ ਕਿ ਮੇਰੇ ਜੀਵਨ ਦੇ ਸਾਰੇ ਬੰਧਨਾਂ ਦਾ ਵਿਨਾਸ਼ ਹੋ ਸਕੇ ਅਤੇ ਮੈਂ ਆਪਣੇ ਆਪ ਦਾ ਜੀਵਨ ਕਰਾਂ। ਇਸ ਕਰਕੇ ਇੱਕ ਸਾਹਿਤਕਾਰ ਹੋਇਆ ਬਹੁਤ ਵਿਸ਼ਵ ਪ੍ਰਸਿੱਧ ਖਲੀਲ ਜਿਬਰਾਨ, ਉਸ ਦੀ ਇੱਕ ਪੁਸਤਕ ਹੈ, ਉਹਦੇ ਵਿੱਚ ਉਹਨੇ ਕਿਹਾ ਕਿ ਇੱਕ ਮਨੁੱਖ ਆਪਣੇ ਆਪ ਦੇ ਜੀਵਨ ਨੂੰ ਵਾਚ। ਤੇਰਾ ਜੀਵਨ ਪੰਖੀ ਵਰਗਾ ਹੈ ਜਿਹੜਾ ਅਸਮਾਨ ਦੇ ਵਿੱਚ ਜਿੰਨੀਆਂ ਮਰਜ਼ੀ ਉੱਚੀਆਂ ਉਡਾਰੀਆਂ ਲਗਾ ਕੇ ਆਨੰਦ ਮਾਣ ਸਕਦਾ ਹੈ, ਪਰ ਤੂੰ ਇੱਕ ਛੋਟੀਆਂ ਛੋਟੀਆਂ ਜੰਜੀਰਾਂ ਦੇ ਵਿੱਚ ਜਕੜਿਆ ਰਹਿੰਦਾ ਹਾਂ, ਕਾਰੋਬਾਰ, ਜਾਤ, ਅਹੁਦਾ ਆਦਿਕ ਦੇ ਵਿੱਚ, ਅਤੇ ਕਦੀ ਵੀ ਆਪਣੀ ਆਤਮਾ ਦੀ ਉਡਾਨ ਨਹੀਂ ਭਰਦਾ ਅਤੇ ਜ਼ਮੀਨ ਦਾ ਕੀੜਾ ਬਣ ਕੇ ਉੱਥੇ ਹੀ ਰੇਂਗਦਾ ਰਹਿੰਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਪੋ ਭਗਵਾਨ ਏ ਨਮঃ, ਆਪਣੀ ਆਤਮਾ ਦਾ ਉਚੇਰਾ ਜੀਵਨ ਧਾਰਨ ਕਰੋ ਅਤੇ ਆਪਣੇ ਆਪ ਨੂੰ ਸਾਰੇ ਬੰਧਨਾਂ ਤੋਂ ਰਹਿਤ ਕਰਨ ਦਾ ਯਤਨ ਕਰੋ। ਜਨਮੰ ਤਾਂ ਮਰਣੰ ਹਰਖੰ ਤਾਂ ਸੋਗੰ ਭੋਗੰ ਤਾਂ ਰੋਗੰ। ਹੁਣ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜੀਵਨ ਮੁਕਤੀ ਦਾ ਇੱਕ ਸੰਕਲਪ ਬਖਸ਼ਿਸ਼ ਕੀਤਾ, ਜੀਵਨ ਮੁਕਤੀ ਦੀ ਅਵਸਥਾ ਨੂੰ ਪ੍ਰਾਪਤ ਕਰਨ ਦਾ ਇੱਕ ਸਿਧਾਂਤ ਬਖਸ਼ਿਸ਼ ਕੀਤਾ ਹੈ। ਹੁਣ ਜੀਵਨ ਮੁਕਤੀ ਦੀ ਅਵਸਥਾ ਕੀ ਹੈ ਕਿ ਦੁੱਖ ਸੁੱਖ ਤਾਂ ਜ਼ਿੰਦਗੀ 'ਚ ਵਿਆਪਦੇ ਰਹਿਣਗੇ, ਊਚ ਨੀਚ ਵੀ ਵਿਆਪੇਗੀ, ਜਨਮ ਮਰਨ ਵੀ ਵਿਆਪੇਗਾ, ਮਾਨ ਅਭਿਮਾਨਹੀਨਤਾ ਵੀ ਵਾਪੇਗੀ। ਇਹ ਸਾਰਾ ਕੁਝ ਦੋਵੇਂ ਪੱਖ ਹਰੇਕ ਚੀਜ਼ ਦੇ ਵਿਆਪਦੇ ਰਹਿਣਗੇ ਅਤੇ ਇਹ ਦੋਵੇਂ ਪੱਖ ਸਦਾ ਥਿਰ ਵੀ ਨਹੀਂ ਰਹਿੰਦੇ ਇੱਕੋ ਜਿਹੇ। ਇਹਦਾ ਮਤਲਬ ਇਹ ਹੈ ਕਿ ਮਨੁੱਖ ਦੁੱਖ ਵੇਲੇ ਦੁਖੀ ਹੁੰਦਾ ਰਹੇ, ਸੁੱਖ ਵੇਲੇ ਸੁਖੀ ਹੁੰਦਾ ਰਹੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਦੀ ਅਵਸਥਾ ਤਾਂ ਸਦਾ ਹੀ ਡੋਲਦੀ ਰਹੇਗੀ। ਤਾਂ ਫਿਰ ਮਨੁੱਖ ਕਰੇਗੀ,
ਫਿਰ ਮਨੁੱਖ ਕਰੇ ਕਿ ਇਹਨਾਂ ਦੋਵਾਂ ਤੋਂ ਉਚੇਰਾ ਜੀਵਨ ਜਿਉਣਾ ਸ਼ੁਰੂ ਕਰ ਦੇਵੇ। ਤਾਂ ਇਸ ਕਰਕੇ ਹੁਣ ਅਗਲੇ ਸ਼ਲੋਕ ਦੇ ਵਿੱਚ ਜੀਵਨ ਮੁਕਤੀ ਦੇ ਨੁਕਤੇ ਤੋਂ ਸਾਨੂੰ ਸਤਿਗੁਰੂ ਸਾਹਿਬ ਜੀ ਹਰੇਕ ਵਰਤਾਰੇ ਦੇ ਦੋਵੇਂ ਪੱਖ ਦਿਖਾ ਕੇ ਸਮਝਾ ਰਹੇ ਹਨ। ਜਨਮੰ ਤਾਂ ਮਰਣੰ, ਜੇ ਅੱਜ ਜਨਮ ਹੋਇਆ ਹੈ ਤਾਂ ਨਿਸ਼ਚਿਤ ਜਾਣੋ ਕਿ ਇਸ ਜਨਮ ਦੇ ਵਿੱਚੋਂ ਹੀ ਮਰਨ ਦਾ ਜਿਹੜਾ ਪੱਧਰ ਹੈ ਉਹ ਪੈਦਾ ਹੋਵੇਗਾ। ਇਸ ਕਰਕੇ ਮਤਾ ਜਾਣੋ। ਹੁਣ ਮਨੁੱਖ ਕੀ ਜਾਣਦਾ ਹੈ ਕਿ ਜਦੋਂ ਮਨੁੱਖ ਜਨਮਦਾ ਹੈ ਉਦੋਂ ਉਹਦੇ ਮਨੋਭਾਵ, ਉਹਦੇ ਖਿਆਲਾਤ ਐਸੇ ਹੁੰਦੇ ਨੇ ਕਿ ਸ਼ਾਇਦ ਮੈਂ ਸਦੀਵ ਰਹਿਣਾ ਹੈ। ਇਸ ਕਰਕੇ ਜੀਵਨ ਜਿਉਂਦਿਆਂ ਜਿਉਂਦਿਆਂ ਮਰਨ ਦਾ ਖਿਆਲ ਵਿਸਰਿਆ ਰਹਿੰਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਨਮੰ ਤਾਂ ਮਰਣੰ, ਇਸੇ ਕਰਕੇ ਗੁਰਬਾਣੀ ਦੇ ਸਤਿਗੁਰੂ ਸਾਹਿਬ ਜੀ ਕਹਿੰਦੇ ਮਰਨ ਲਿਖਾਏ ਮੰਡਲ ਮਹਿ ਆਏ। ਹੁਣ ਜੀਵਨ ਜੁਗਤ ਇਨਸਾਨ ਦੋਵਾਂ ਪੱਖਾਂ ਨੂੰ ਚੇਤੇ ਰੱਖਦਾ ਹੈ। ਜਦੋਂ ਅਸੀਂ ਇੱਕ ਪੱਖ ਨੂੰ ਚੇਤੇ ਰੱਖਦੇ ਹਾਂ ਤਾਂ ਫਿਰ ਸਮੁੱਚਤਾ ਸਾਡੀ ਬੁੱਧੀ ਵਿੱਚ ਨਹੀਂ ਸਮਾਉਂਦੀ ਅਤੇ ਅਸੀਂ ਪਰਮੇਸ਼ਵਰੀ ਹੁਕਮ ਨੂੰ ਠੀਕ ਰੂਪ ਦੇ ਵਿੱਚ ਨਹੀਂ ਜਿਉ ਸਕਦੇ। ਤਾਂ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜਨਮੰ ਤਾਂ ਮਰਣੰ, ਜੇ ਜਨਮੰ ਦਾ ਭਾਵ ਸਹੀ ਤਰ੍ਹਾਂ ਜਾਣ ਲਓਗੇ ਤਾਂ ਸ਼ੁਕਰਾਨਾ ਪੈਦਾ ਕਰੋਗੇ, ਅਤੇ ਜੇ ਮਰਨ ਦੀ ਕਲਾ ਸਿੱਖ ਲਓਗੇ ਅਤੇ ਮਰਨ ਦਾ ਵੀ ਧੰਨਵਾਦ ਕਰੋਗੇ। ਹੁਣ ਇਸ ਦੇਹ ਤੋਂ ਛੁੱਟ ਕੇ ਪਰਮ ਰੂਪ ਦੇ ਵਿੱਚ ਅਭੇਦ ਹੋਣਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਹਰਖੰ ਤਾਂ ਸੋਗੰ, ਜੇ ਅੱਜ ਜੀਵਨ ਦੇ ਵਿੱਚ ਪ੍ਰਸੰਨਤਾ ਦੇ ਪਲ ਮਿਲੇ ਹਨ, ਜੇ ਜੀਵਨ ਦੇ ਵਿੱਚ ਖੁਸ਼ੀ ਦਾ ਆਲਮ ਅੱਜ ਮਾਣਨ ਨੂੰ ਮਿਲਿਆ ਹੈ, ਮਨ ਦੇ ਤਲ 'ਤੇ ਬੜਾ ਹੁਲਾਸ ਹੈ, ਮਾਨਸਿਕ ਤੌਰ 'ਤੇ ਬੜਾ ਸੰਕੂਨ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ ਤਾਂ ਸੋਗੰ, ਜਿਸ ਪਦਾਰਥਾਂ ਕਰਕੇ ਅੱਜ ਪ੍ਰਸੰਨਤਾ ਮਿਲ ਰਹੀ ਹੈ ਜਦੋਂ ਇਹ ਨਾਸ਼ ਹੋਣਗੇ ਉਦੋਂ ਸੋਗ ਵੀ ਵਿਆਪੇਗਾ। ਜਿਸ ਪਰਿਵਾਰਕ ਸੰਬੰਧਾਂ ਕਰਕੇ ਆਪਣੇ ਜੀਵਨ ਨੂੰ ਅੱਜ ਇੰਨਾ ਰਸ ਭਰਪੂਰ ਸਮਝ ਰਹੇ ਹਾਂ, ਜਦੋਂ ਇਹਨਾਂ ਦੇ ਵਿੱਚ ਕੋਈ ਸੰਗੀ ਵਿਛੜੇਗਾ ਤਾਂ ਇਹੀ ਰਸ, ਇਹੀ ਜਿਹੜਾ ਸੰਗ ਸਾਥ ਹੈ, ਉਦੋਂ ਆਤਮਾ ਨੂੰ ਉਦਾਸੀ ਰਹੇਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹਰਖੰ ਤਾਂ ਸੋਗੰ, ਇਸ ਕਰਕੇ ਜੇ ਖੁਸ਼ੀ ਦਾ ਪੱਧਰ ਹੈ ਅਤੇ ਉਹਦੇ ਸਮਾਨ ਸੋਗ ਵੀ ਉਸ ਦੇ ਨਾਲ ਹੀ ਹੈ। ਭੋਗੰ ਤਾਂ ਰੋਗੰ, ਤਾਂ ਹੁਣ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਅਗਲਾ ਪੱਧਰ ਹੈ ਭੋਗੰ ਤਾਂ ਰੋਗੰ। ਜਿੰਨਾ ਜ਼ਿਆਦਾ ਸੰਸਾਰ ਦੇ ਪਦਾਰਥਾਂ ਨੂੰ ਦੇਹ ਦੁਆਰਾ, ਮਨ ਦੀ ਵਾਸਨਾ ਦੁਆਰਾ ਭੋਗਣ ਦੀ ਰੁਚੀ ਜਾਗਦੀ ਹੈ, ਉਤਨੇ ਹੀ ਜ਼ਿਆਦਾ ਸਰੀਰ ਦੇ ਅੰਦਰ ਰੋਗ ਵਿਆਪਦੇ ਹਨ। ਹੁਣ ਇਸੇ ਪ੍ਰਕਾਰ ਜਿਵੇਂ ਸਧਾਰਨ ਦੀ ਗੱਲ ਕਰ ਲਈ ਜਾਵੇ ਕਿ ਗ੍ਰਸਤ ਦੇ ਨੇਮ ਵਿੱਚ ਮਨੁੱਖ ਨੂੰ ਆਪਣੇ ਕਾਮ ਆਦਿਕ ਸੰਬੰਧਾਂ ਦੀ ਲੋੜ ਪੈਂਦੀ ਹੈ, ਪਰ ਜੇ ਇਸ ਤੋਂ ਅੱਗੇ ਮਨੁੱਖ ਦਾ ਸੁਭਾਅ ਚੱਲਿਆ ਜਾਵੇ ਤਾਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਭੋਗੰ ਤਾਂ ਰੋਗੰ। ਫਿਰ ਵਿਸ਼ਿਆਂ ਵਿਕਾਰਾਂ ਦਾ ਜਿਤਨਾ ਕੁ ਜੀਵਨ ਨੂੰ ਮਰਜ਼ਾਦਾਮਈ ਨੇਮ ਤੋਂ ਚਲਾਉਣਾ ਹੈ ਉਤਨਾ ਤਾਂ ਠੀਕ ਹੈ, ਪਰ ਜੇ ਮਰਜ਼ਾਦਾ ਤੋਂ ਬਾਹਰ ਹੋ ਜਾਣ ਤਾਂ ਫਿਰ ਸਰੀਰ ਦੇ ਅੰਦਰ ਰੋਗ ਪੈਦਾ ਕਰਦੇ ਹਨ। ਹੁਣ ਖਾਣ ਪੀਣ ਦੇ ਨੁਕਤੇ ਦੀ ਹੀ ਜੇ ਗੱਲ ਕਰ ਲਈ ਜਾਵੇ, ਭੋਗੰ ਰੋਗ ਕਿਵੇਂ ਬਣਦੇ ਨੇ? ਜੇ ਮਨੁੱਖ ਸੀਮਾ ਤੋਂ ਵੱਧ ਮਿੱਠਾ ਜਾਂ ਕੌੜਾ ਗ੍ਰਹਿਣ ਕਰ ਲਏ ਤਾਂ ਇਹ ਦੋਵੇਂ ਰੋਗ ਪੈਦਾ ਕਰਦੇ ਨੇ। ਗੁਰਬਾਣੀ 'ਚ ਵਾਕ ਹੈ ਮਿੱਠਾ ਕੌੜਾ ਦੋਵੇਂ ਰੋਗ। ਜੇ ਖੰਡ ਸ਼ੂਗਰ ਪੈਦਾ ਕਰਦੀ ਹੈ ਤਾਂ ਇਸੇ ਪ੍ਰਕਾਰ ਜਿਹੜਾ ਮਿਰਚ ਆਦਿਕ ਹੈ ਉਹ ਅਲਸਰ ਆਦਿਕ ਪੈਦਾ ਕਰਦੀ ਹੈ। ਤਾਂ ਇਸੇ ਪ੍ਰਕਾਰ ਇਹ ਕੇਵਲ ਖਾਣ ਪੀਣ ਦੇ, ਜੇ ਮਾਨਸਿਕ ਨੁਕਤੇ ਤੋਂ ਗੱਲ ਕਰੀਏ ਤਾਂ ਜਿਤਨਾ ਜ਼ਿਆਦਾ ਮਨੁੱਖ ਵਿਕਾਰਾਂ ਨੂੰ ਰਸਾਤਲ ਸਮਝਦਾ ਜਾਵੇ ਤਾਂ ਸਾਨੂੰ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਫਰੀਦਾ ਇਹ ਵਿਸ ਗੰਦਲਾ ਧਰੀਆਂ ਖੰਡ ਲਿਵਾੜ, ਇੱਕ ਰਾਹੇ ਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਅੱਜ ਜੋ ਬੰਦੀ ਅਵਸਥਾ ਹੈ ਵਿਸ਼ੇ ਵਿਕਾਰ ਬੜੇ ਚੰਗੇ ਲੱਗਦੇ ਨੇ, ਇਹਨਾਂ ਦਾ ਰਸ ਬੜਾ ਚੰਗਾ ਲੱਗਦਾ ਹੈ, ਪਰ ਜਦ ਸਰੀਰ ਦਾ ਬਲ ਢਲ ਗਿਆ ਤਾਂ ਫਿਰ ਇਹਨਾਂ ਵਿਸ਼ਿਆਂ ਦੇ ਵਿਕਾਰਾਂ ਦਾ ਸੰਚਿਆ ਹੋਇਆ ਰਸ ਅਨੈਤਿਕ ਤਰੀਕੇ ਦੇ ਨਾਲ ਜੀਵਨ ਦੇ ਉੱਪਰ ਇਤਨਾ ਭਾਰੀ ਹੋ ਜਾਏਗਾ ਕਿ ਜੀਵਨ ਬੋਝਲ ਲੱਗਣ ਲੱਗ ਪਏਗਾ। ਇਸ ਕਰ ਗੁਰੂ ਸਾਹਿਬ ਜੀ ਕਹਿੰਦੇ ਭੋਗੰ ਤਾਂ ਰੋਗੰ। ਬਾਬਾ ਭਗਤ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਸਾਨੂੰ ਜੀਵਨ ਦੀ ਜੁਗਤ ਬੜੀ ਸੁੰਦਰ ਸਿਖਾਈ ਹੈ ਕਿ ਹੁਣ ਗੁਰਬਾਣੀ ਦਾ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਗੁਰਬਾਣੀ ਸਾਨੂੰ ਕਦੀ ਕਿਸੇ ਦੂਜੇ ਦੀ ਗੱਲ ਕਰਨੀ ਨਹੀਂ ਸਿਖਾਉਂਦੀ, ਸਾਨੂੰ ਸਾਡੇ ਨਿੱਜ ਦੀ ਗੱਲ ਕਰਨੀ ਸਿਖਾਉਂਦੀ ਕਿ ਅਸੀਂ ਆਪਣੇ ਨਿੱਜ ਦੇ ਵਿੱਚ ਕੀ ਹਾਂ। ਤਾਂ ਭਾਈ ਗੁਰਦਾਸ ਸਾਹਿਬ ਜੀ ਦੀ ਪੌੜੀ ਦੇ ਵਿੱਚ ਜ਼ਿਕਰ ਹੈ ਕਿ ਸਾਦੀ ਜੀਬ ਨਾ ਰੱਜੀਆਂ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਸਤੇ, ਉਸਤਤ ਨਿੰਦਾ ਕੰਨ ਸੁਣ ਰੋਵਨ ਤੈ ਹਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਤਾਂ ਲਾਸਟ ਦੇ ਵਿੱਚ ਆਖਦੇ ਹਨ ਪੀਰ ਮੁਰੀਦਾ ਪਿਰਹੜੀ ਸੱਚੀ ਰਹਿ ਰਾਸੇ, ਕਿ ਅਸਲ ਦੇ ਵਿੱਚ ਉੱਤਮ ਗੱਲ ਇਹ ਹੈ ਕਿ ਇਹ ਜਿਹੜੇ ਗਿਆਨ ਕਰਮ ਇੰਦਰ ਇਹ ਨਹੀਂ ਰੱਜਣ ਵਾਲੇ ਹਨ, ਪਰ ਜੇ ਸਾਚੇ ਨਾਮ ਨੂੰ ਆਧਾਰ ਬਣਾ ਲਿਆ ਤਾਂ ਉਹਨੇ ਜੀਵਨ ਦੀਆਂ ਬਾਕੀ ਸਾਰੀਆਂ ਭੁੱਖਾਂ ਦਾ
ਤ੍ਰਿਸ਼ਨਾਵਾਂ ਦਾ ਨਾਸ਼ ਕਰ ਦੇਣਾ ਹੈ। ਊਚੰ ਤਾਂ ਨੀਚੰ ਨਾਨਾ ਸੋ ਮੂਚੰ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਊਚੰ ਤਾਂ ਨੀਚੰ। ਜੇ ਅੱਜ ਜੀਵਨ ਦੇ ਵਿੱਚ ਕਿਸੇ ਪ੍ਰਤਿਭਾ ਕਰਕੇ, ਕਿਸੇ ਗੁਣ ਕਰਕੇ, ਕਿਸੇ ਸੰਪੰਨਤਾ ਕਰਕੇ ਜੀਵਨ ਦੀ ਵਡਿਆਈ ਉਚਾਈ ਬਣੀ ਹੋਈ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ ਤਾਂ ਦੂਜਾ ਪੱਧਰ ਹੈ ਤਾਂ ਨੀਚੰ। ਹੋ ਸਕਦਾ ਹੈ ਅੱਜ ਰਾਜ ਮੱਧ ਵਾਲਾ ਸਿੰਘਾਸਣ ਹੈ, ਕੱਲ੍ਹ ਨੂੰ ਭਿਖਾਰੀ ਦੇ ਠੂਠੇ ਦੇ ਵਿੱਚ ਬਦਲ ਜਾਵੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਬਾਣੀ 'ਚ ਇੱਕ ਜਗ੍ਹਾ ਇਹ ਵੀ ਫਰਮਾਇਆ, ਜੋਬਨ ਧਨ ਪ੍ਰਭਤਾ ਕੈ ਮੱਧ ਮੈਂ ਅਹਨਿਸ ਰਹਿ ਦੀਵਾਨਾ। ਕਿ ਹੁਣ ਮਨੁੱਖ ਦਾ ਸੁਭਾਅ ਐਸਾ ਹੈ ਕਿ ਜਦੋਂ ਜਿਸ ਮੰਡਲ ਦੇ ਵਿੱਚ, ਜਿਸ ਮਨੋਵਸਥਾ ਦੇ ਵਿੱਚ ਜੀਵਨ ਗੁਜ਼ਾਰ ਰਿਹਾ ਹੁੰਦਾ ਹੈ, ਬਹੁਤੀ ਵਾਰੀ ਉਹਨੂੰ ਅੰਤਮ ਮੰਨਦਾ ਹੈ। ਹੁਣ ਕਈ ਵਾਰੀ ਦੇਖਿਆ, ਹੁਣ ਬੁਢਾਪੇ ਦਾ ਇੱਕ ਸਿੱਧਾ ਜਿਹਾ ਅਰਥ ਹੁੰਦਾ ਹੈ ਕਿ ਇਹ ਮ੍ਰਿਤੂ ਦੇ ਨਿਕਟ ਜਾ ਰਿਹਾ ਹੈ, ਪਰ ਦੇਖਣ ਚਾਹੁੰਦਾ ਕਿ ਮ੍ਰਿਤੂ ਦੇ ਨਿਕਟ ਜਾਣ ਦੀ ਬਜਾਏ ਇਸ ਭਾਵ ਨੂੰ ਆਪਣੇ ਮਨ 'ਚ ਦ੍ਰਿੜ ਕਰਨ ਦੀ ਬਜਾਏ ਮੁੱਖ ਦੇ ਅੰਦਰ ਜੀਵਨ ਜਿਉਣ ਦੀ ਲਾਲਸਾ ਜ਼ਿਆਦਾ ਵੱਧ ਜਾਂਦੀ ਹੈ। ਤਾਂ ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਹਰੇਕ ਚੀਜ਼ ਦੇ ਦੋ ਪੱਖ ਤਾਂ ਸਮਝਾ ਰਹੇ ਹਨ ਕਿ ਸਾਡੀ ਬੁੱਧੀ ਅੰਦਰ ਸਿਰ ਦ੍ਰਿੜ ਰਵੇ ਇਹ ਗੱਲ ਕਿ ਅਸੀਂ ਇਹਨਾਂ ਦੋਵਾਂ ਪੱਖਾਂ ਨੂੰ ਸਮੁੱਚੇ ਰੂਪ ਦੇ ਵਿੱਚ, ਸਾਂਝੇ ਰੂਪ ਦੇ ਵਿੱਚ ਪਕੜਨਾ ਹੈ ਔਰ ਜਿਉਣਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਊਚੰ ਤਾਂ ਨੀਚੰ। ਜਿਹੜੇ ਅੱਜ ਉੱਚਤਾ ਵਾਲੇ ਹਨ, ਕੱਲ੍ਹ ਨੀਚ ਵੀ ਹੋ ਸਕਦੇ ਹਨ। ਪਰਮੇਸ਼ਰ ਉਹਨਾਂ ਦੀ ਹਸਤੀ ਨੂੰ ਨਿਮਨ ਵੀ ਕਰ ਸਕਦਾ। ਊਚੰ ਦਾ ਭਾਵ ਕਿ ਜਿਹੜੇ ਜੀਵਨ ਦਾ ਬਲ ਕਰਕੇ ਅੱਜ ਆਪਣੇ ਆਪ ਨੂੰ ਬੜੇ ਸ਼੍ਰੇਸ਼ਟ ਸਮਝ ਰਹੇ ਹਾਂ, ਕੱਲ੍ਹ ਨੂੰ ਜਦ ਜੀਵਨ ਦਾ ਬਲ ਢਲ ਗਿਆ ਤਾਂ ਉਹ ਨੀਚ ਵੀ ਹੋ ਜਾਏਗਾ। ਜਿਵੇਂ ਕੱਦ ਆਦਿਕ ਦਾ ਹੰਕਾਰ ਹੈ, ਕੱਲ੍ਹ ਨੂੰ ਬੁਢਾਪੇ ਦੇ ਜਰਾ ਰੋਗ ਨੇ ਗ੍ਰਸਿਆ ਤਾਂ ਉਹੀ ਲੱਕ ਦੇ ਵਿੱਚ ਕੁੱਬ ਪੈ ਜਾਏਗਾ। ਫਿਰ ਕੱਦ ਦਾ ਮਾਣ ਕਰਨਾ ਤਾਂ ਕੀ ਠੀਕ ਰੂਪ ਦੇ ਵਿੱਚ ਚੱਲਿਆ ਵੀ ਨਹੀਂ ਜਾਏਗਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਊਚੰ, ਜਿਤਨੇ ਪ੍ਰਕਾਰ ਦੀ ਉੱਚਤਾ ਹੈ ਉਹਦਾ ਵੀ ਕੋਈ ਮਾਣ ਹੱਦ ਹਰਖ ਨਾ ਕਰੇ, ਕਿਉਂਕਿ ਉਹ ਵੀ ਨਿਮਨ ਹਸਤੀ ਦੇ ਵਿੱਚ ਪਲਟ ਸਕਦੀ ਹੈ। ਨਾਨਾ ਸੋ ਮੂਚੰ। ਤਾਂ ਇਸੇ ਪ੍ਰਕਾਰ ਜਿਹੜਾ ਅਲਪੱਗ ਹੈ, ਜਿਹਦੀ ਕੋਈ ਹਸਤੀ ਨਹੀਂ, ਜਿਹਦੀ ਹਸਤੀ ਨੂੰ ਇੱਕ ਕਿਣਕੇ ਦੇ ਸਮਾਨ ਜਾਣਿਆ ਜਾਂਦਾ, ਤਾਂ ਗੁਰੂ ਸਾਹਿਬ ਜੀ ਕਹਿੰਦੇ ਸੋ ਮੂਚੰ, ਉਹ ਬੜਾ ਸੁੰਦਰ, ਬੜਾ ਉਚੇਰਾ ਹੋ ਸਕਦਾ। ਇਸੇ ਕਰਕੇ ਗੁਰਬਾਣੀ ਦਾ ਪਾਵਨ ਵਾਕ ਹੈ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹਾ। ਇਸ ਨੂੰ ਸਪਸ਼ਟ ਕਰਨ ਦੇ ਲਈ ਇੱਕ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ ਕਹਿੰਦੇ ਕਿ ਕਿਸੇ ਰਾਜੇ ਦੇ ਘਰ ਬੜਾ ਸਮਾਂ ਔਲਾਦ ਨਾ ਹੋਈ। ਉਸਨੇ ਜੋਤਸ਼ੀ ਆਦਿਕ ਨੂੰ ਪੁੱਛਿਆ ਕਿ ਮੇਰੇ ਘਰ ਔਲਾਦ ਕਿਵੇਂ ਹੋ ਸਕਦੀ ਹੈ। ਉਹ ਕਹਿਣ ਲੱਗੇ ਕਿ ਤੂੰ ਕਿਸੇ ਨੌਜਵਾਨ ਬੱਚੇ ਦੀ ਬਲੀ ਦੇ, ਪਰ ਬਲੀ ਦੇਣ ਦੀ ਸ਼ਰਤ ਹੈ ਕਿ ਉਹਦਾ ਮਾਤਾ ਪਿਤਾ ਉਹਨੂੰ ਆਪਣੀ ਸਵੈ ਇੱਛਾ ਦੇ ਨਾਲ ਭੇਟ ਕਰੇ। ਜਬਰੀ ਕਿਸੇ ਦਾ ਬੱਚਾ ਨਹੀਂ ਖੋਣਾ ਜਾਂ ਅਗਵਾਹ ਨਹੀਂ ਕਰਨਾ। ਉਹਦਾ ਮਾਤਾ ਪਿਤਾ ਆਪਣੀ ਇੱਛਾ ਦੇ ਨਾਲ ਤੈਨੂੰ ਦੇ ਕੇ ਜਾਵੇ ਤਾਂ ਤੂੰ ਉਹਨੂੰ ਭੇਟ ਕਰ ਦੇ, ਉਹਨੂੰ ਫਿਰ ਬਲੀ ਦੇ, ਫਿਰ ਤੇਰੇ ਘਰੇ ਔਲਾਦ ਹੋ ਜਾਏਗੀ। ਤਾਂ ਇਸੇ ਪ੍ਰਕਾਰ ਉਹਨਾਂ ਨੇ ਨਗਰ ਦੇ ਵਿੱਚ, ਆਪਣੇ ਰਾਜ ਦੇ ਵਿੱਚ ਇੱਕ ਹੁਕਮ ਫਰਵਾ ਦਿੱਤਾ, ਸੱਦਾ ਭਿਜਵਾ ਦਿੱਤਾ ਕਿ ਜਿਹੜਾ ਮਾਤਾ ਪਿਤਾ ਆਪਣੀ ਸਵੈ ਇੱਛਾ ਦੇ ਨਾਲ ਇੱਕ ਬੱਚਾ ਸਾਨੂੰ ਭੇਟ ਕਰਨਾ ਚਾਹੇਗਾ, ਰਾਜੇ ਨੇ ਬਲੀ ਦੇਣੀ ਹੈ, ਤਾਂ ਜਿਹੜਾ ਸਵੈ ਇੱਛਾ ਦੇ ਨਾਲ ਭੇਟ ਕਰਨਾ ਚਾਹੁੰਦਾ ਉਹ ਦੇ ਦੇ। ਸਾਰੇ ਨਗਰ ਦੇ ਵਿੱਚ ਹੋਕਾ ਫਿਰਿਆ। ਇੱਕ ਪਰਿਵਾਰ ਦਾ ਬੱਚਾ ਸੀ, ਲੂਲਾ ਲੰਗੜਾ ਪਿੰਗਲਾ। ਉਹਨਾਂ ਨੇ ਸੋਚਿਆ ਇਹ ਸਾਡੇ ਉੱਪਰ ਬੋਝ ਹੈ, ਇੰਨਾ ਚਿਰ ਹੋ ਗਿਆ ਪਾਲਦਿਆਂ ਨੂੰ, ਇਹਦਾ ਕੋਈ ਸਾਨੂੰ ਫਾਇਦਾ ਤਾਂ ਹੋਇਆ ਨਹੀਂ, ਚਲੋ ਰਾਜੇ ਨੂੰ ਬਲੀ ਚਾੜਨ ਦੇ ਦਿੰਦੇ ਹਾਂ। ਕਿਉਂਕਿ ਰਾਜੇ ਨੇ ਕਿਹਾ ਸਵੈ ਇੱਛਾ ਦੇ ਨਾਲ, ਪਰ ਫਿਰ ਵੀ ਬਹੁਤ ਸਾਰੀ ਕੀਮਤ ਮਿਲਣੀ ਹੈ। ਕੀਮਤ ਲੈ ਕੇ ਉਹਨਾਂ ਨੇ ਬੱਚਾ ਰਾਜੇ ਨੂੰ ਦੇ ਦਿੱਤਾ। ਜਦ ਉਸ ਨੂੰ ਬਲੀ ਆਦਿਕ 'ਤੇ ਚਾੜਨ ਲੱਗਿਆ, ਤਿਆਰੀ ਕਰਨ ਲੱਗੇ, ਤਾਂ ਉਸ ਨੂੰ ਪੁੱਛਿਆ ਗਿਆ ਕਿ ਤੇਰੀ ਕੋਈ ਅੰਤਮ ਇੱਛਾ। ਨਦੀ ਕੰਢੇ ਉਹਨੂੰ ਬਲੀ ਚਾੜਨ ਲੱਗੇ ਸੀ, ਤਾਂ ਉਹ ਲੈ ਕੇ ਕਹਿੰਦਾ ਕਿ ਮੈਂ ਥੋੜ੍ਹਾ ਜਿਹਾ ਯਤਨ ਕਰਨਾ ਹੈ। ਉਹਨਾਂ ਨੇ ਛੱਡ ਦਿੱਤਾ, ਕਿੱਥੇ ਭੱਜੇਗਾ, ਕਿਉਂਕਿ ਲੂਲਾ ਲੰਗੜਾ ਪਿੰਗਲਾ ਹੈ। ਉਸ ਨੇ ਦੇਖਿਆ, ਜਾ ਕੇ ਉਹਨੇ ਨਦੀ ਦੇ ਕਿਨਾਰੇ 4 ਢੇਰੀਆਂ ਬਣਾਈਆਂ। ਪਹਿਲੀ ਢੇਰੀ ਦੇ ਦੁਆਲੇ ਘੁੰਮਿਆ, ਢਾਹ ਦਿੱਤੀ, ਦੂਜੀ ਵੀ, ਤੀਜੀ ਵੀ, ਅਤੇ ਚੌਥੀ ਦੇ ਦੁਆਲੇ ਪਰਿਕਰਮਾ ਜੀ ਕਰਕੇ ਅਤੇ ਉਸ ਨੂੰ ਮੱਥਾ ਟੇਕ ਕੇ ਅਤੇ ਸਾਈਡ 'ਤੇ ਆ ਗਿਆ। ਉਹ ਜੋਤਸ਼ੀ ਹੋਰ ਜਿਹੜੇ ਵਜ਼ੀਰ ਸਨ ਦੇਖਦੇ ਰਹੇ ਕਿ ਇਹਨੇ ਕੀਤਾ ਕੀ ਹੈ। ਉਹਨਾਂ ਨੇ ਉਹਨੂੰ ਪੁੱਛਿਆ ਕਿ ਤੂੰ ਕੀਤਾ ਕੀ ਹੈ। ਕਹਿੰਦਾ ਛੱਡੋ, ਕੋਈ ਨਹੀਂ, ਤੁਸੀਂ ਆਪਣਾ ਕੰਮ ਕਰੋ, ਬਲੀ ਚੜਾਉਣੀ ਮੇਰੀ ਦੇਣੀ ਦਿਓ। ਕਹਿੰਦੇ ਨਹੀਂ, ਬਲੀ ਤਾਂ ਦੇਵਾਂਗੇ, ਪਰ ਪਹਿਲਾਂ ਜਿਹੜੀ ਆ ਕਿਰਿਆ ਕਰਕੇ ਇਹਦਾ ਅਰਥ ਦੱਸ, ਤੇਰੇ ਅੰਦਰ ਕੀ ਹੈ। ਕਹਿੰਦਾ ਮੈਨੂੰ ਜਿੰਨੀ ਕੁ ਹੁਣ ਤੱਕ ਸੂਝ ਹੈ, ਮੈਂ ਆਪਣੇ ਜੀਵਨ ਦੇ 4 ਆਸਰੇ ਮੰਨੇ ਸਨ। ਸਭ ਤੋਂ ਪਹਿਲਾਂ ਮਾਤਾ ਪਿਤਾ, ਉਸ ਤੋਂ ਬਾਅਦ ਜਿਹੜਾ ਹੈ ਰਾਜਾ, ਜੋ ਪ੍ਰਜਾ ਦਾ ਪਿਤਾ ਕਿਹਾ ਜਾਂਦਾ ਹੈ, ਤੀਜਾ ਹੁੰਦਾ ਧਾਰਮਿਕ ਲੋਕ। ਕਹਿੰਦਾ ਮਾਤਾ ਪਿਤਾ ਨੇ ਮੈਨੂੰ ਬੋਝ ਜਾਣ ਕੇ, ਨਿੱਜ ਲੋਭ ਕਰਕੇ ਵੇਚ ਦਿੱਤਾ, ਇਸ ਕਰਕੇ ਮੈਂ ਸੋਚਿਆ ਪਹਿਲਾ ਆਸਰਾ ਵੀ ਜਾਂਦਾ ਰਿਹਾ, ਇਹਦਾ ਵੀ ਕੀ ਮਾਣ ਕਰਨਾ। ਦੂਜਾ ਆਸਰਾ ਕਹਿੰਦਾ ਹੁੰਦਾ ਪ੍ਰਜਾ ਦਾ, ਕਿ ਉਹ ਸਾਰੀ ਪ੍ਰਜਾ ਦਾ ਪਿਤਾ ਹੁੰਦਾ ਹੈ,
ਰਾਜਾ ਆਪਣੀ ਵੰਸ਼ ਚਲਾਉਣ ਦੇ ਲਈ ਮੇਰੀ ਬਲੀ ਲੋੜੀਂਦਾ। ਮੈਂ ਸੋਚਿਆ ਇਹ ਵੀ ਆਸਰਾ ਜਾਂਦਾ ਰਿਹਾ, ਇਹ ਵੀ ਢੇਰੀ ਢਾ ਦਿੱਤੀ। ਕਹਿੰਦਾ ਤੀਜਾ ਆਸਰਾ ਸੀ ਕਿ ਧਾਰਮਿਕ ਲੋਕ ਜਿਨ੍ਹਾਂ ਨੇ ਰਾਜਿਆਂ ਆਦਿਕ ਨੂੰ ਸਹੀ ਸੇਧ ਦੇਣੀ ਹੁੰਦੀ ਹੈ ਕਿ ਇਹ ਕਰਮ ਨਾ ਕਰੋ, ਕਹਿੰਦਾ ਉਹਨਾਂ ਧਾਰਮਿਕ ਲੋਕਾਂ ਨੇ ਵੀ ਰਾਜੇ ਨੂੰ ਸਲਾਹ ਦਿੱਤੀ ਕਿ ਬਲੀ ਦੇ। ਕਹਿੰਦਾ ਮੈਂ ਸੋਚਿਆ ਇਹ ਵੀ ਆਸਰਾ ਜਾਂਦਾ ਰਹਿਣਾ ਚਾਹੀਦਾ। ਕਹਿੰਦਾ ਚੌਥਾ ਸੋਚਿਆ ਕਿ ਪਰਮੇਸ਼ਰ ਜਿਹਦੇ ਬਾਰੇ ਅੱਜ ਤੱਕ ਸੁਣਦਾ ਕਹਿੰਦਾ ਆਇਆ ਹਾਂ, ਇਹਨੂੰ ਮੈਂ ਸਦੀਵੀ ਮੰਨਦਾ, ਇਹ ਮੇਰਾ ਦੋਹੀਂ ਜਹਾਨੀ ਰੱਖਿਅਕ ਹੈ। ਜੇ ਇਸ ਨੇ ਬਚਾਉਣਾ ਹੋਇਆ, ਮਾਰਨਾ ਹੋਇਆ, ਜੀਵਾਲਣਾ ਹੋਇਆ, ਇਹ ਆਪੇ ਕਰ ਲੇਗਾ। ਇਸ ਕਰਕੇ ਮੈਂ ਉਹਦੀ ਢੇਰੀ ਨਹੀਂ ਢਾਈ, ਉਹਦੇ ਭਰੋਸੇ ਨੂੰ ਸਥਿਰ ਰੱਖ ਕੇ ਤੇ ਉਹਨੂੰ ਨਮਸਕਾਰ ਕਰ ਦਿੱਤੀ। ਜਦੋਂ ਵਜ਼ੀਰਾਂ ਨੇ ਇਹ ਗੱਲ ਸੁਣੀ, ਕਹਿੰਦੇ ਪਤਾ ਨਹੀਂ ਬਲੀ ਤੋਂ ਬਾਅਦ ਜਿਹੜਾ ਬੱਚਾ ਪੈਦਾ ਹੋਣਾ ਉਹ ਠੀਕ ਹੋਵੇ ਵੀ ਕਿ ਨਾ ਹੋਵੇ, ਇਸ ਨੂੰ ਹੀ ਰਾਜ ਗੱਦੀ 'ਤੇ ਬਿਠਾ ਦਿੱਤਾ ਜਾਵੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨਾਨਾ ਸਮੂਚੰ, ਜਿਹੜਾ ਅੱਜ ਲਪੱਗ ਹੈ ਉਹ ਕੱਲ੍ਹ ਰਾਜਾਨ ਵੀ ਹੋ ਸਕਦਾ ਹੈ। ਰਾਜੰ ਤਾਂ ਮਾਨੰ ਅਭਿਮਾਨੰ ਤਾਂ ਹੀਨੰ। ਤਾਂ ਗੁਰੂ ਸਾਹਿਬ ਜੀ ਕਹਿੰਦੇ ਰਾਜੰ ਤਾਂ ਮਾਨੰ, ਭਾਵ ਕਿ ਜੇ ਰਾਜ ਆਦਿਕ ਹੈ ਜਿਹਦੇ ਕਰਕੇ ਬੜੀ ਵਡਿਆਈ ਮਿਲਦੀ ਹੈ, ਕੱਲ੍ਹ ਨੂੰ ਹੀਣਤਾ ਵੀ ਬਣ ਸਕਦੀ ਹੈ। ਅਭਿਮਾਨੰ ਤਾਂ ਹੀਨੰ, ਜੋ ਹੰਕਾਰ ਹੈ ਉਹਦਾ ਸਿਰ ਵੀ ਨੀਵਾਂ ਹੋ ਸਕਦਾ ਹੈ। ਪ੍ਰਵਿਰਤ ਮਾਰਗੰ ਵਰਤੰਤ ਵਿਨਾਸ਼ਨੰ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਦੇ ਜਿਨ੍ਹਾਂ ਨੁਕਤਿਆਂ ਕਰਕੇ ਮਨੁੱਖ ਇਸ ਦੇ ਨਾਲ ਪ੍ਰਵਿਰਤ ਹੁੰਦਾ ਹੈ, ਗੁਰੂ ਸਾਹਿਬ ਜੀ ਕਹਿੰਦੇ ਵਰਤੰਤ, ਇਹ ਸਾਰੀਆਂ ਵਰਤਣ ਦੀਆਂ ਕਿਰਿਆਵਾਂ ਵਿਨਾਸ਼ਨੰ, ਸ਼ੁਰੂ ਵੀ ਹੁੰਦੀਆਂ ਹਨ ਪਰ ਵਿਨਾਸ਼ ਹੋਣ ਵਾਲੀਆਂ ਵੀ ਹਨ। ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ ਨਾਨਕ ਭਗਵੰਤ ਭਜਨ ਆਸਨੰ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹੇ ਮਨੁੱਖ, ਗੋਬਿੰਦ ਭਜਨ, ਅਕਾਲ ਪੁਰਖ ਪਰਮੇਸ਼ਰ ਦੀ ਸਿਮਰਤੀ ਹਿਰਦੇ ਦੇ ਅੰਦਰ ਵਸਾ ਕੇ ਰੱਖਣੀ, ਔਰ ਸਾਧ ਸੰਗੇਣ, ਸਾਧ ਸੰਗਤ ਦੇ ਰੂਪ ਵਿੱਚ ਉਸ ਯਾਦ ਨੂੰ ਦ੍ਰਿੜ ਕਰਨਾ। ਗੁਰੂ ਸਾਹਿਬ ਜੀ ਕਹਿੰਦੇ ਅਸਥਿਰੰ, ਸਦਾ ਸਦੀਵ ਰੱਖਣ ਵਾਲਾ ਨਾਨਕ ਭਗਵੰਤ ਭਜਨ ਆਸਨੰ, ਜਿਹੜੇ ਅਕਾਲ ਪੁਰਖ ਦੀ ਸਿਮਰਤੀ ਨੂੰ, ਉਸ ਦੀ ਯਾਦ ਰੂਪ ਤੁਹਾਨੂੰ ਆਪਣੇ ਜੀਵਨ ਸੰਭਾਲਦੇ ਹਨ। ਕਹਿੰਦੇ ਇਸੇ ਪ੍ਰਕਾਰ ਅਸਥਿਰੰ, ਉਹ ਸਦਾ ਸਦੀਵ ਵਿਆਪਕ ਰਹਿਣ ਵਾਲੇ ਹਨ। ਭਾਵ ਕਿ ਬਾਕੀ ਸਾਰੇ ਸਾਧਨ ਬਿਨਸਨਹਾਰ ਹਨ, ਉਸ ਅਕਾਲ ਪੁਰਖ ਦੀ ਸੰਭਾਲੀ ਹੋਈ ਯਾਦ ਦਾ ਜਿਹੜਾ ਸਦੀਵੀ ਵਿਆਪਕ ਤਨ ਹੈ ਉਹ ਕਦੇ ਵੀ ਨਹੀਂ ਬਿਨਸਦਾ। ਗੁਰਬਾਣੀ ਦਾ ਪਾਵਨ ਵਾਕ ਹੈ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸ ਕਰਨ ਲੇਵੈ, ਪਾਹੇ ਨਾ ਸਾਕੈ ਜਲ। ਇਸ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜੀਵਨ ਦਾ ਹਰੇਕ ਪੱਧਰ ਬਿਨਸਣਯੋਗ ਹੈ, ਪਰ ਜੋ ਮਨੁੱਖ ਸਾਧ ਸੰਗਤ ਦੇ ਵਿੱਚ ਜੁੜ ਕੇ ਅਮੋਲਕ ਧਨ ਸੰਗ੍ਰਹਿਤ ਕਰਦਾ ਹੈ ਉਹ ਕਦੀ ਨਾਸ਼ਵਾਨ ਨਹੀਂ ਹੋਣ ਵਾਲਾ ਹੈ। ਸੋ ਇਸ ਪ੍ਰਕਾਰ ਅੱਜ ਦੇ 2 ਸ਼ਲੋਕਾਂ ਦੇ ਵਿੱਚ ਸਾਨੂੰ ਸਤਿਗੁਰੂ ਸਾਹਿਬ ਜੀ ਨੇ 2 ਨੁਕਤੇ ਸਪਸ਼ਟ ਕੀਤੇ ਹਨ ਕਿ ਅਲਪ ਬੁੱਧ ਵਾਲਾ, ਤੁਛ ਬੁੱਧੀ ਵਾਲਾ ਮਨੁੱਖ ਬੰਦਗੀ ਵਾਲਾ ਜੀਵਨ ਧਾਰਨ ਦੀ ਬਜਾਏ ਮਾਇਆ 'ਤੇ ਕੇਂਦਰਿਤ ਜੀਵਨ ਜਿਉਂਦਾ ਹੈ, ਅਤੇ ਦੂਜੇ ਪਾਸੇ ਜਿਹੜਾ ਜੀਵਨ ਜੁਗਤ ਦਾ ਧਾਰਨੀ ਹੁੰਦਾ ਹੈ ਉਹ ਹਰੇਕ ਚੀਜ਼ ਦੇ ਦੋਵਾਂ ਪੱਖਾਂ ਨੂੰ ਜਾਣ ਕੇ ਸੰਤੁਲਿਤ ਕਦਮ ਅਪਣਾਉਂਦਾ ਹੈ ਅਤੇ ਆਪਣੇ ਜੀਵਨ ਨੂੰ ਬੰਦਗੀ ਨੇਮ ਦੀ ਧਾਰਨਾ ਦੇ ਨਾਲ ਸ਼ੁੱਧ ਕਰਕੇ, ਸਫਲ ਕਰਕੇ ਗੁਰੂ ਨਦਰ ਦੇ ਵਿੱਚ ਪ੍ਰਵਾਨ ਚੜ੍ਹਾਉਂਦਾ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਨ, ਪਾਵਨ ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ, ਸਾਰਿਆਂ ਦਾ ਆਇਆਂ ਦਾ ਇੱਥੇ ਸਫਲਾ ਹੋਵੇ ਜੀ। ਪਾਵਨ ਲੜੀਵਾਰ ਸ਼ਲੋਕਾਂ ਦੀ ਕਥਾ ਵਿਚਾਰਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।